ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਪ੍ਰੈਜ਼ੀਡੈਂਟ ਆਫ ਅਮਰੀਕਾ ਜੋ ਬਾਈਡਨ ਵੀਅਤਨਾਮ ਦੇ ਦੌਰੇ ਤੇ ਨੇ। ਕਾਫੀ ਸਮੇਂ ਤੋਂ ਅਮਰੀਕਾ ਤੋਂ ਬਾਹਰ ਨੇ। ਪਹਿਲਾਂ G20 ਸੰਮੇਲਨ ਦੇ ਵਿੱਚ ਭਾਰਤ ਵਿੱਚ ਰਹੇ, ਫਿਰ ਉੱਥੋਂ ਸਿੱਧੇ ਚਲੇ ਗਏ ਨੇ ਵੀਅਤਨਾਮ। G20 ਸੰਮੇਲਨ ਦੇ ਵਿੱਚ ਚੀਨ ਤੇ ਰਸ਼ੀਆ ਗਾਇਬ ਰਹੇ ਨੇ और इस चीज़ का पूरा फ़ायदा लेता है अमेरिका ने और पूरी दुनिया दियां नज़र अपने वाल मोड़ियां ने और बीइंग अ सुपर लीडर अपनी जिम्मेवारी निभाई है। और अमेरिका की मदद के नाल, अमेरिका के समर्थन के नाल इंडिया बनया है ग्लोबल साउथ का लीडर और इस चीज़ को काफ़ी ज़्यादा सपोर्ट किया है जो बाइडन साहब ने। नाल ही समझौते हुए ने कई वपारक और उस नतीजे नाल टैक्सिस दे विच कमियां भी होणगियां, रूल्स ਦੇ ਵਿੱਚ ਰਿਲੈਕਸੇਸ਼ਨਸ ਵੀ ਹੋਣਗੀਆਂ। ਅਮਰੀਕਾ ਤੇ ਭਾਰਤ ਦੇ ਵਿੱਚ ਜ਼ਿਆਦਾ ਵਪਾਰ ਵਧੇਗਾ ਔਰ ਇੱਕ ਕੋਰੀਡੋਰ ਦੀ ਅਨਾਉਂਸਮੈਂਟ ਹੋਈ ਹੈ, ਇੰਡੀਆ ਮਿਡਲ ਈਸਟ ਐਂਡ ਯੂਰਪ। ਇਹ ਵਪਾਰਕ ਕੋਰੀਡੋਰ ਹੋਏਗਾ ਔਰ ਇੰਡੀਆ ਜੁੜੇਗਾ ਮਿਡਲ ਈਸਟ ਤੱਕ ਰੇਲਵੇ ਜ਼ਰੀਏ और फिर ਉੱਥੋਂ ਪਾਣੀ ਦੇ ਜਹਾਜ਼ ਦੇ ਜ਼ਰੀਏ ਜਾਂ ਫਿਰ ਐਰੋਪਲੇਨ ਦੇ ਜ਼ਰੀਏ ਯੂਰਪ ਪਹੁੰਚਿਆ ਜਾਏਗਾ ਕਿਉਂਕਿ ਵਿੱਚ ਸਮੁੰਦਰ ਪੈਂਦਾ। ਸੋ ਸਮੁੰਦਰ ਦੀ ਇੱਕ ਵਿਸ਼ਾਲਤਾ ਸਾਨੂੰ ਇਹ ਵੀ ਦਸਾਉਂਦੀ ਹੈ ਕਿ ਸਾਡਾ ਆਪਣਾ ਹਰ ਦਿਲ ਵੀ ਐਡਾ ਵਿਸ਼ਾਲ ਹੋਣਾ ਚਾਹੀਦਾ ਜਿਹਦੇ ਵਿੱਚ ਅਸੀਂ ਸਭ ਕੁਝ ਸੰਭਾਲ ਲਈਏ ਤੇ ਸਭ ਦੇ ਭਲੇ ਵਾਸਤੇ ਕੰਮ ਕਰੀਏ। ਔਰ ਦੇਖਿਆ ਜਾਵੇ ਤਾਂ G20 ਦੇ ਵਿੱਚ ਅਜਿਹੀ ਕੋਸ਼ਿਸ਼ ਹੋਈ ਹੈ, ਪਰ ਕ੍ਰਿਟਿਸਿਜ਼ਮ ਆਪਣੀ ਜਗ੍ਹਾ ਹੈ। ਔਰ ਇਹਦੇ ਵਿੱਚ ਜਦੋਂ ਅਸੀਂ ਅਮਰੀਕਾ ਦੇ ਰੋਲ ਦੀ ਗੱਲ ਕਰਦੇ ਹਾਂ, ਇੱਥੇ ਵੀ ਅਮਰੀਕਾ ਨੇ ਚੀਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਔਰ ਵੀਅਤਨਾਮ ਦੇ ਵਿੱਚ ਜਾ ਕੇ ਵੀ ਬਾਈਡਨ ਸਾਹਿਬ ਵੀਅਤਨਾਮ ਨੂੰ ਨੇੜੇ ਲੈ ਕੇ ਆ ਰਹੇ ਨੇ ਔਰ ਉੱਥੇ ਵੀ ਚੀਨ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਵੀਅਤਨਾਮ ਖੁਦ ਇੱਕ ਕਮਿਊਨਿਸਟ ਦੇਸ਼ ਹੈ, ਫਿਰ ਵੀ ਬਾਈਡਨ ਸਾਹਿਬ ਆਪਣੀਆਂ ਕੋਸ਼ਿਸ਼ਾਂ ਜਾਰੀ ਕਰਦੇ ਹੋਏ ਅੱਗੇ ਵਧਦੇ ਪਏ ਨੇ। ਸੋ G20 ਦਾ ਪੂਰਾ ਫਾਇਦਾ ਲਿੱਤਾ ਹੈ ਅਮਰੀਕਾ ਨੇ। ਹੁਣ ਵੀਅਤਨਾਮ ਦੀ ਯਾਤਰਾ ਦਾ ਪੂਰਾ ਫਾਇਦਾ ਲੈ ਰਿਹਾ ਹੈ ਅਮਰੀਕਾ ਔਰ ਨਾਲ ਚੀਨ ਨੂੰ ਜਵਾਬ ਦੇ ਰਿਹਾ ਜੋ ਇਹ ਨਵਾਂ ਕੋਰੀਡੋਰ ਅਨਾਉਂਸ ਹੋਇਆ ਹੈ G20 ਦੇ ਵਿੱਚ, ਇੰਡੀਆ ਮਿਡਲ ਈਸਟ ਐਂਡ ਯੂਰਪ। ਸੋ ਇੱਥੇ ਆ ਕੇ ਇੱਕ ਗੱਲ ਆਉਂਦੀ ਹੈ ਕਿ ਖਾੜੀ ਦੇਸ਼ਾਂ ਦੇ ਉੱਤੇ, ਗਲਫ ਕੰਟਰੀਜ਼ ਦੇ ਉੱਤੇ ਅਮਰੀਕਾ ਦਾ ਭਰੋਸਾ ਕਿੰਨਾ ਕੁ ਹੈ। ਬਾਈਡਨ ਸਾਹਿਬ ਇਹਦੇ ਉੱਤੇ ਭਰੋਸਾ ਕਰਦੇ ਨੇ ਔਰ ਉਮੀਦ ਕਰਦੇ ਨੇ ਕਿ ਅਸੀਂ ਇੱਕ ਸਾਰੀ ਦੁਨੀਆ ਦੇ ਵਿੱਚ ਸੁਨਹਿਰੇ ਭਵਿੱਖ ਵੱਲ ਵਧਾਂਗੇ ਔਰ ਚੀਨ ਨੂੰ ਜੋ ਕਿ ਹਰ ਥਾਂ ਦੇ ਉੱਤੇ ਗੇਮ ਸਪੋਇਲਰ ਉਹਨਾਂ ਨੇ ਕਿਹਾ, ਉਸ ਨੂੰ ਇੱਕ ਠੋਕਵਾਂ ਜਵਾਬ ਦੇਣਾ ਜ਼ਰੂਰੀ ਹੈ ਪੂਰੀ ਵਿਸ਼ਵ ਭਾਈਚਾਰੇ ਵੱਲੋਂ। ਸੋ ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਨੇ ਔਰ ਅਸੀਂ ਵੀ ਆਪਣੇ ਇਸ ਪਲੇਟਫਾਰਮ ਤੋਂ ਇਹੀ ਸੋਚਦੇ ਹਾਂ ਕਿ ਚੀਨ ਨੂੰ ਵੀ ਆਪਣੀਆਂ ਸਾਰੀਆਂ ਹੱਦਾਂ ਮੁਕਰਰ ਕਰਨੀਆਂ ਚਾਹੀਦੀਆਂ ਨੇ ਔਰ ਜਿਹੜੇ ਝਗੜੇ ਨੇ ਇਹ ਦੂਰ ਕਰਨੇ ਚਾਹੀਦੇ ਨੇ, ਜਿਹੜੀ ਖਿਲਾਫਤ ਹੈ ਇਹ ਦੂਰ ਕਰਨੀ ਚਾਹੀਦੀ ਆ ਫॉर द ਸੇਕ ਆਫ ਹਿਊਮੈਨਿਟੀ ਔਰ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਕਾਇਮ ਹੋਵੇ। ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਚਾਈਨਾ ਜੋ ਸੁਪਰ ਪਾਵਰ ਬਣਨ ਦਾ ਆਪਣਾ ਸੁਪਨਾ ਦੇਖਦਾ ਹੈ ਉਸ ਨੂੰ ਮਰਿਆਦਾ ਦੇ ਅੰਦਰ ਰਹਿ ਕੇ ਚੱਲੇ ਤਾਂ ਬਹੁਤ ਵਧੀਆ ਹੋਏਗਾ ਚੀਨ ਵਾਸਤੇ ਵੀ ਤੇ ਸਾਰੀ ਦੁਨੀਆ ਵਾਸਤੇ ਵੀ। ਹੁਣ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਵੱਲ, ਆਪਣੇ ਪੰਜਾਬ ਦੇ ਮਸਲਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ G20 ਸੰਮੇਲਨ ਦੀ ਔਰ ਉਹਦੇ ਵਿੱਚ ਦੇਖੋ ਦੱਸਿਆ ਤੁਸੀਂ ਕਿ ਅਮਰੀਕਾ ਦੇ ਬਾਈਡਨ ਸਾਹਿਬ ਪ੍ਰੈਜ਼ੀਡੈਂਟ ਉਹ ਤਾਂ ਜੋ ਹੈਗਾ ਉਹਨਾਂ ਆਪਣਾ ਵਿਅਕਤੀਗਤ ਤੌਰ 'ਤੇ ਔਰ ਆਪਣੀਆਂ ਜਿਹੜੀਆਂ ਸਵਾਰਥ ਹੈ ਉਹਨੂੰ ਵੀ ਅੱਗੇ ਰੱਖਿਆ ਔਰ ਕੁਝ ਪ੍ਰਾਪਤੀਆਂ ਤਾਂ ਅੱਛੀਆਂ ਕੀਤੀਆਂ ਉਹਨਾਂ ਨੇ। ਔਰ ਪਹਿਲੀ ਵੀ ਵਿਜ਼ਿਟ ਸੀ ਉਹਨਾਂ ਦੀ ਇੰਡੀਆ 'ਚ ਐਜ਼ ਏ ਪ੍ਰੈਜ਼ੀਡੈਂਟ ਆਫ ਅਮਰੀਕਾ ਔਰ ਉਹ ਤਾਂ ਇੱਥੋਂ ਮਾਰ ਕੇ ਉਡਾਰੀ ਵੀਅਤਨਾਮ ਨੂੰ। ਔਰ ਜਸਟਿਨ ਟਰੂਡੋ ਸਾਹਿਬ ਜਿਹੜੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ, ਉਹ ਜਦੋਂ ਆਏ ਇੱਥੇ ਉਹਨਾਂ ਨੂੰ 2 ਦਿਨ ਹੋਰ ਵਾਧੂ ਰਹਿਣਾ ਪਿਆ ਇਸ ਕਰਕੇ ਕਿ ਉਹਨਾਂ ਦਾ ਜਹਾਜ਼ ਵਿੱਚ ਕੋਈ ਟੈਕਨੀਕਲ ਫਾਲਟ ਆ ਗਿਆ ਸੀਗਾ ਅਤੇ ਉਹ ਜਹਾਜ਼ ਉੱਡ ਨਹੀਂ ਸਕਿਆ। ਫਿਰ ਉਹਦੀਆਂ ਜਿਹੜੀਆਂ ਤਰੁੱਟੀਆਂ ਦੂਰ ਕੀਤੀਆਂ ਗਈਆਂ ਅਤੇ ਸੇਮ ਐਰੋਪਲੇਨ 'ਤੇ ਚੜ੍ਹ ਕੇ ਉਹ ਫਿਰ ਵਾਪਸ ਕੈਨੇਡਾ ਗਿਆ। ਜਦੋਂ ਕਿ ਕੈਨੇਡਾ ਦੇ ਵਿੱਚ ਹੋਰ ਬੜਾ ਕੁਛ ਹੋਇਆ, ਰੈਫਰੈਂਡਮ ਸੀਗਾ ਉੱਥੇ ਔਰ ਇਹਨਾਂ ਦੀ ਸ਼ਾਇਦ ਗੈਰ ਹਾਜ਼ਰੀ ਵਿੱਚ ਹੀ ਹੋ ਗਿਆ ਔਰ ਜਿੰਨੇ ਉੱਥੇ ਦੇ ਵਸਨੀਕ ਸੀ ਜਾਂ ਬਾਹਰੋਂ ਆਏ ਸੀ ਸਾਰਿਆਂ ਨੇ ਰੈਫਰੈਂਡਮ ਵਿੱਚ ਹਿੱਸਾ ਲਿਆ ਵੈਨਕੂਵਰ ਵਿੱਚ। ਇਸ ਤਰ੍ਹਾਂ ਦੀਆਂ ਵੀ ਗੱਲਾਂ ਜਿਹੜੀਆਂ ਹੋ ਜਾਂਦੀਆਂ ਕਿ ਤੁਹਾਡਾ ਪ੍ਰਧਾਨ ਮੰਤਰੀ ਬਾਹਰ ਹੈ ਤਾਂ ਇੱਧਰ ਰੈਫਰੈਂਡਮ ਹੋ ਰਿਹਾ। ਔਰ ਅਮਰੀਕਾ ਦੀ ਜਿਹੜੀ ਪ੍ਰਾਪਤੀਆਂ ਉਹਦੇ ਤੋਂ ਇਲਾਵਾ ਜਿਹੜੀਆਂ ਇਸ G20 ਦੀਆਂ ਪ੍ਰਾਪਤੀਆਂ ਨੇ ਇਹ G21 ਹੋ ਗਿਆ, 21 ਦੇਸ਼ ਇਹਦੇ 'ਚ ਹੋ ਗਿਆ ਜਿਹਦੇ ਵਿੱਚ ਸਾਊਥ ਅਫਰੀਕਾ ਨੂੰ ਇਹਨਾਂ ਨੇ ਵਿੱਚ ਇਨਕਲੂਡ ਕਰ ਲਿਆ ਔਰ ਉਹਦੀ ਅਰਥ ਵਿਵਸਥਾ ਨੂੰ ਸੁਧਾਰਨ ਲਈ, ਉਹਦੀ ਗਰੀਬੀ ਦੂਰ ਕਰਨ ਲਈ, ਉਹ ਤੋਂ ਭੁੱਖਮਰੀ ਦੂਰ ਕਰਨ ਲਈ ਬਹੁਤ ਗਰੀਬ ਦੇਸ਼ ਨੇ 55 ਦੇਸ਼ ਜਿਹੜੇ ਉੱਥੇ ਯੂਨੀਅਨ 'ਚ ਸ਼ਾਮਲ ਨੇ।
ਇਹ ਬਹੁਤ ਵੱਡੀ ਪ੍ਰਾਪਤੀ ਹੈ, ਅਚੀਵਮੈਂਟ ਆ ਕਿ ਉਹਨਾਂ ਨੂੰ ਲਿਆਉਣਾ। ਜਿਹੜਾ ਇਹਨਾਂ ਦਾ ਮੂਲ ਮੁੱਦਾ ਸੀਗਾ ਕਿ ਗਰੀਬੀ ਦੂਰ ਕਰਨੀ ਆ, ਅਰਥ ਵਿਵਸਥਾ ਬਹਾਲ ਕਰਨੀ ਆ ਔਰ ਲੋਕਾਂ ਵਾਤਾਵਰਣ ਨੂੰ ਠੀਕ ਕਰਨਾ, ਉਹਨਾਂ ਮੁੱਦਿਆਂ ਵੱਲ ਇਹਨਾਂ ਦਾ ਧਿਆਨ ਹੋਇਆ ਵਾ। ਪਰ ਨਾਲ ਇਹਨਾਂ ਦੀ ਆਪਣੀ ਵੀ ਸਵਾਰਥ ਨੇ ਜਿਹੜੇ ਤੁਸੀਂ ਹੁਣ ਜ਼ਿਕਰ ਕੀਤੇ। ਐਗਜ਼ੈਕਟਲੀ, ਔਰ ਗਲੋਬਲ ਸਾਊਥ ਦਾ ਲੀਡਰ ਭਾਰਤ ਬਣ ਕੇ ਉੱਭਰਿਆ। ਬਿਲਕੁਲ। ਔਰ ਵਿਦ ਦਾ ਸਮਰਥਨ ਆਫ ਅਮਰੀਕਾ ਦੇ ਸਮਰਥਨ ਨਾਲ, ਅਮਰੀਕਾ ਦੇ ਸਪੋਰਟ ਦੇ ਨਾਲ। ਔਰ ਜਸਟਿਨ ਟਰੂਡੋ ਸਾਹਿਬ ਦੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ 2 ਦਿਨ ਵੱਧ ਰਹਿਣਾ ਪਿਆ। ਮਜ਼ਾਕ ਦੇ ਵਿੱਚ ਕਹਿੰਦੇ ਪਏ ਨੇ, ਇੰਟਰਨੈਸ਼ਨਲ ਲੈਵਲ ਤੇ ਵੀ ਇੱਕ ਮਜ਼ਾਕ ਚੱਲ ਰਿਹਾ ਕਿ ਟਰੂਡੋ ਸਾਹਿਬ ਨੂੰ ਭਾਰਤ ਦੀ ਮਹਿਮਾਨ ਨਵਾਜ਼ੀ ਬਹੁਤ ਪਸੰਦ ਆਈ ਤੇ ਰੱਬ ਨੇ ਉਹਨਾਂ ਦੀ ਸੁਣ ਲਈ ਤੇ ਉਹਨਾਂ ਦਾ ਐਰੋਪਲੇਨ ਥੋੜ੍ਹਾ ਜਿਹਾ ਫਾਲਟ ਕਰਨ ਲੱਗ ਪਿਆ ਤੇ ਇਸ ਕਰਕੇ ਉਹਨਾਂ ਨੂੰ 2 ਦਿਨ ਹੋਰ ਭਾਰਤ ਦੀ ਮਹਿਮਾਨ ਨਵਾਜ਼ੀ ਦਾ ਇੰਜੋਏ ਕਰਨ ਦਾ ਮੌਕਾ ਮਿਲਿਆ। ਸੋ ਉਹਨਾਂ ਨੇ ਖੂਬ ਇੰਜੋਏ ਕੀਤਾ। ਵੈਸੇ ਇਹ ਗੱਲ ਅੱਛੀ ਹੈ। ਇਸ ਤੋਂ ਪਹਿਲਾਂ ਆਏ ਸੀਗੇ ਦਰਬਾਰ ਸਾਹਿਬ ਜੀ, ਗੋਲਡਨ ਟੈਂਪਲ ਆ ਕੇ ਉਹਨਾਂ ਨੇ ਸਜਦਾ ਕੀਤਾ, ਮੱਥਾ ਟੇਕਿਆ ਔਰ ਲੰਗਰ ਵਿੱਚ ਰੋਟੀਆਂ ਵੀ ਬਣਾਉਣ ਦੀ ਥੋੜ੍ਹੀ ਜਿਹੀ ਉਹਨਾਂ ਨੇ ਕੋਸ਼ਿਸ਼ ਕੀਤੀ, ਪ੍ਰਸ਼ਾਦੇ ਬਣਾਉਣ ਦੀ, ਔਰ ਲੰਗਰ 'ਚ ਆਪ ਪ੍ਰਸ਼ਾਦਾ ਛਕਿਆ। ਉਹਦੀ ਵਾਈਫ ਆ, ਦੋਨੇ ਬੱਚੇ ਆ ਔਰ ਉਹਨਾਂ ਨੂੰ ਪਿਆਰ ਹੈ ਪੰਜਾਬ ਨਾਲ ਵੀ ਬਹੁਤ ਜ਼ਿਆਦਾ ਔਰ ਏਸ਼ੀਅਨ ਕੰਟਰੀਆਂ ਨਾਲ ਵੀ ਔਰ ਖਾਸ ਕਰਕੇ ਭਾਰਤ ਨਾਲ। ਤਦੇ ਤੇ 2 ਦਿਨ ਇੱਥੇ ਦਿੱਲੀ ਟਿਕੇ ਰਹੇ ਹੋ। ਹਾਂ, ਚਲੋ ਆਪਾਂ ਅੱਗੇ ਵਧੀਏ ਜੀ ਕਿ ਹੁਣ ਅਮਰੀਕਾ ਤੋਂ ਐਕਸਪੋਰਟ ਇੰਪੋਰਟ ਦਾ ਅਸੀਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਹੈ, ਟੈਕਸਿਸ ਦੇ ਵਿੱਚ ਰਿਲੈਕਸੇਸ਼ਨ ਮਿਲੇਗੀ, ਰੂਲਸ ਦੇ ਵਿੱਚ ਰਿਲੈਕਸੇਸ਼ਨ ਮਿਲੇਗੀ, ਇਨਵੈਸਟਮੈਂਟਸ ਦਾ ਵੀ ਵਧਣ ਦਾ ਪੂਰਾ ਚਾਂਸ ਹੈ। ਸੋ ਸੇਬਾਂ ਦੀ ਦਰਾਮਦ ਦੇ ਉੱਤੇ ਜਿਹੜੀ ਡਿਊਟੀ ਕੱਟ ਕੀਤੀ ਹੈ, ਜਦੋਂ ਇੰਡੀਆ ਇੰਪੋਰਟ ਕਰਦਾ ਹੈ ਐਪਲ ਅਮਰੀਕਾ ਤੋਂ, ਉਹਦੇ ਉੱਤੇ ਟੈਕਸ ਘਟਾਇਆ ਹੈ, ਡਿਊਟੀ ਘਟਾਈ ਹੈ ਔਰ ਅਮਰੀਕਾ ਨੂੰ ਬੈਨੀਫਿਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਸ਼ੁਰੂਆਤ ਤਾਂ ਹੋਈ ਨਾ G20 ਤੋਂ ਬਾਅਦ ਜੋ ਸਮਝੌਤੇ ਹੋਏ ਨੇ, ਪਰ ਵਿਰੋਧੀ ਧਿਰ ਕਾਂਗਰਸ ਉਹਨੇ ਇਸ ਦਾ ਵਿਰੋਧ ਕੀਤਾ। ਵੈਸੇ ਤਾਂ ਵਿਰੋਧੀ ਧਿਰ ਵੱਲੋਂ ਹਮੇਸ਼ਾ ਹਰ ਗੱਲ ਦਾ ਵਿਰੋਧ ਹੁੰਦਾ ਹੀ ਹੈ, ਪਰ ਫਿਰ ਵੀ ਆਪਾਂ ਐਨਾਲਿਸਿਸ ਕਰਾਂਗੇ ਕਿ ਇਹ ਵਿਰੋਧ ਫॉर ਦਾ ਸੇਕ ਆਫ ਵਿਰੋਧ ਹੈ ਕਿ ਵਿਰੋਧ ਕਰਨਾ ਹੀ ਕਰਨਾ ਹੈ ਜਾਂ ਵਿਰੋਧ ਕਰਨ ਵਾਲੀ ਕੋਈ ਗੱਲ ਇਹਦੇ ਵਿੱਚ ਸ਼ਾਮਿਲ ਹੈ। ਹਾਂ, ਕਾਂਗਰਸ ਨੇ ਇਹਦਾ ਇਸ ਕਰਕੇ ਵਿਰੋਧ ਕੀਤਾ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਜਿਹੜੇ ਇੱਥੋਂ ਦੇ ਉਤਪਾਦਕ ਨੇ, ਜਿਹੜੇ ਪ੍ਰੋਡਕਟ ਬਣਾਉਂਦੇ ਨੇ, ਜਿਹੜੇ ਫਲ ਪੈਦਾ ਕਰਦੇ ਆ, ਉਹਨਾਂ ਦਾ ਕੀ ਬਣੂ। ਜਿਹੜਾ ਕਸ਼ਮੀਰ 'ਚ ਹੈਗਾ ਬਹੁਤ ਜ਼ਿਆਦਾ ਸੇਬ ਹੁੰਦਾ ਔਰ ਬੜਾ ਸਾਫ਼ ਸੁਥਰਾ ਔਰ ਮਿਠਾਸ ਵਾਲਾ ਹੁੰਦਾ, ਫਿਰ ਹਿਮਾਚਲ 'ਚ ਹੁੰਦਾ ਔਰ ਇਰਦ ਗਿਰਦ ਪੰਜਾਬ ਵਿੱਚ ਵੀ ਹੋਣ ਲੱਗ ਪਿਆ ਸੇਬ। ਔਰ ਉਹ ਕਹਿੰਦੇ ਵੀ ਜਿਹੜਾ ਸਾਡਾ ਇੰਡੀਅਨ ਸੇਬ ਹੈਗਾ, ਇਹਨੂੰ ਤਾਂ ਫਿਰ ਜਿਹੜੇ ਖਾਣ ਵਾਲੇ ਨੇ ਜਾਂ ਜਿਹੜੇ ਨੇ ਵਪਾਰੀ ਨੇ ਉਹ ਖਰੀਦਣਗੇ ਨਹੀਂ, ਕਿਉਂਕਿ ਅਮਰੀਕਾ ਦਾ ਨਾਂ ਰੌਲਾ ਪੈ ਗਿਆ ਨਾ ਜੀ, ਉਹ ਬਹੁਤ ਵਧੀਆ ਹੈਗਾ, ਉਹ 'ਚ ਮਿਠਾਸ ਜ਼ਿਆਦਾ ਹੈਗੀ ਆ। ਔਰ ਜਿਹੜੀ ਦਰਾਮਦ ਡਿਊਟੀ ਉਹਦੇ 'ਤੇ ਉਹ ਘਟਾ ਕੇ ਇਹਨਾਂ ਨੇ ਬਹੁਤ ਘੱਟ ਕਰ ਦਿੱਤੀ ਆ, 20% ਤੋਂ ਉੱਪਰ ਘੱਟ ਕੀਤੀ ਆ ਔਰ ਟੈਕਸ ਜਿਹੜਾ ਘਟਾਇਆ ਗਿਆ। ਪਰ ਉੱਧਰੋਂ ਬੀਜੇਪੀ ਦਾ ਜਾਂ ਕੇਂਦਰ ਦਾ ਇਹ ਹੈਗਾ ਜਵਾਬ ਕਿ ਅਸੀਂ ਉਹਨਾਂ ਦੇ ਐਲੂਮੀਨੀਅਮ ਔਰ ਸਟੀਲ 'ਤੇ ਜਿਹੜਾ ਇੰਡੀਆ 'ਚ ਭੇਜ ਰਹੇ ਸੀ ਉੱਤੇ ਵੀ ਘਟਾਈ ਆ। ਉਹ ਇਸ ਕਰਕੇ ਘਟਾਈ ਕਿ ਉੱਧਰੋਂ ਜਿਹੜੀ ਆ ਰਹੀ ਚੀਜ਼ਾਂ ਸੀ ਉਹਦੇ 'ਤੇ ਵੀ ਘਟਾਇਆ, ਇੱਧਰੋਂ ਜਾਰੀ 'ਤੇ ਵੀ ਘਟਾਇਆ। ਪਰ ਬਹੁਤ ਜਿਹੜੇ ਆ ਬੰਦੇ ਕੰਮ ਕਰਨ ਵਾਲੇ ਜਾਂ ਸਿਆਣੇ ਲੋਕ, ਉਹਨਾਂ ਕਿਹਾ ਇਹ ਸਾਰਾ ਸਿੱਟਾ G20 ਦਾ ਹੈਗਾ, ਉਹਦੇ ਵਿੱਚ ਵੀ ਇਹਨਾਂ ਨੇ ਦਵੱਲਾ ਜਿਹੜਾ ਵਪਾਰ ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਉਹਦੇ 'ਚ ਰਿਲੈਕਸੇਸ਼ਨ ਦੇਵਾਂਗੇ। ਔਰ ਜੋ ਮੋਦੀ ਸਾਹਿਬ ਨੇ ਆਂਦੇ ਕਹਿਤਾ ਸੀ, ਜੋ ਮੈਂ ਕਹਿਣਾ ਮੈਂ ਕਰਕੇ ਦਿਖਾਉਣਾ, ਔਰ ਇਸੇ ਕਰਕੇ ਮੇਰਾ ਇਹ ਵਾਅਦਾ ਹੈਗਾ ਕਿ ਮੈਂ ਉਹਨੂੰ ਪੂਰਾ ਕਰੂੰਗਾ। ਔਰ ਇਹਦੇ 'ਤੇ ਉਹਨਾਂ ਨੇ ਟੀਕਾ ਟਿੱਪਣੀ ਕੀਤੀ ਹੈ ਵੀ ਗਲਤ ਹੈਗਾ, ਜਦੋਂ ਕਿ ਸੇਬ ਮੰਗਵਾਉਣ ਦਾ ਮਤਲਬ ਕੋਈ ਨਹੀਂ ਜਦੋਂ ਸੇਬ ਇੱਥੇ ਹੈਗਾ ਔਰ ਅਖਰੋਟ 'ਤੇ ਵੀ ਹੈਗਾ ਔਰ ਕਾਜੂ, ਪਿਸਤੇ, ਬਦਾਮ ਇਹਨਾਂ 'ਤੇ ਵੀ ਹੈਗਾ। ਉਹ ਕਹਿੰਦੇ ਇੱਕ 'ਤੇ ਨਹੀਂ ਹੈਗਾ। ਔਰ ਜਦੋਂ ਕਿ ਅਫਗਾਨਿਸਤਾਨ 'ਚ ਆਉਂਦਾ ਸੀ ਬਹੁਤ ਜ਼ਿਆਦਾ ਸਾਡੇ ਕੋਲ ਇੱਥੇ ਡਰਾਈ ਫਰੂਟ, ਉਹਦੇ 'ਤੇ ਰੋਕ ਲਾ ਦਿੱਤੀ ਹੈ ਕਿਉਂਕਿ ਉਦੋਂ ਤੋਂ ਕਰੋਨਾ ਤੋਂ। ਔਰ ਜਦੋਂ ਤਾਲਿਬਾਨ ਨੇ ਉੱਥੇ ਹਥਿਆਰ ਚੁੱਕੇ ਸੀ, ਰੌਲਾ ਪਿਆ ਸੀ, ਉਦੋਂ ਅਮਰੀਕਾ ਉੱਥੋਂ ਖਿਸਕ ਗਿਆ ਸੀ, ਦੌੜ ਗਿਆ ਸੀਗਾ। ਅਤੇ ਅਫਗਾਨ ਜਿਹੜੇ ਲੋਕ ਨੇ, ਲੀਡਰ ਨੇ, ਉਹਨਾਂ ਨੇ ਆਪਣੀ ਸਰਕਾਰ ਆਪ ਬਣਾ ਕੇ ਤਾਲਿਬਾਨ ਦੀ ਜਿਹੜੀ ਜਥੇਬੰਦੀ ਉਹ ਅੱਗੇ ਆ ਗਈ ਸੀ। ਔਰ ਉਦੋਂ ਬਾਅਦ ਭਾਰਤ ਨੇ ਬੰਦ ਕਰ ਦਿੱਤਾ। ਉਹ ਕਹਿੰਦੇ ਇਹ ਦਵੱਲੀ ਨੀਤੀ ਹੈਗੀ, ਇੱਕ ਪਾਸੇ ਬੰਦ ਕਰਕੇ, ਜਦੋਂ ਕਿ ਕੰਟਰੀ ਨੇੜੇ ਹੈਗਾ, ਇੱਥੇ ਖਰਚਾ ਘੱਟ ਹੈਗਾ, ਇੱਥੇ ਤੁਹਾਨੂੰ ਵਾਇਆ ਪਾਕਿਸਤਾਨ ਪਹੁੰਚ ਜਾਂਦਾ, ਉੱਧਰੋਂ ਤੁਸੀਂ ਆਉਣ ਲੱਗਿਆ ਕਿੰਨੇ ਦਿਨ ਲੱਗਦੇ ਆ, ਇਹ ਜ਼ਰੂਰੀ ਨਹੀਂ ਹੈਗਾ। ਔਰ ਅਫਗਾਨ ਜਿਹੜੀਆਂ ਚੀਜ਼ਾਂ ਨੇ ਉੱਥੇ ਪੌਦੇ ਬਹੁਤ ਅੱਛੇ ਹੁੰਦੇ, ਅਫਗਾਨੀ ਜਿਹੜੇ ਪੌਦੇ ਆ, ਰੁੱਖ ਬਹੁਤ ਅੱਛੇ ਆ ਜਿਹੜੇ ਇੱਥੇ ਆ ਕੇ ਉੱਗਦੇ ਆ। ਔਰ ਧਰਤੀ ਦਾ ਕੁਝ ਨਹੀਂ, ਪਹਾੜੀ ਏਰੀਆ ਵੀ ਆ, ਪਲੇਨ 'ਚ ਵੀ ਹੋ ਜਾਂਦੇ ਆ। ਔਰ ਜਿਹੜੇ ਸਾਇੰਟਿਸਟ ਨੇ, ਜਿਹੜੇ ਪੌਦਾ ਪਾਲਣ ਵਾਲੇ ਵਿਗਿਆਨਕ ਨੇ, ਉਹਨਾਂ ਨੇ ਕਹਿਤਾ ਕਿ ਅਫਗਾਨ ਵਾਲੇ ਜਿਹੜੇ ਪੌਦੇ ਬਹੁਤ ਅੱਛੇ ਆ। ਅੰਜੀਰ ਬਹੁਤ ਅੱਛਾ ਹੁੰਦਾ ਔਰ ਜਿਹਦਾ ਇੱਥੇ 1 ਕਿਲੋ ਦਾ 1200 ਰੁਪਈਆ ਰੇਟ ਹੈਗਾ, ਉਹ ਵੀ ਬੰਦ ਕਰ ਦਿੱਤੇ ਆ। ਬਦਾਮ, ਪਿਸਤੇ, ਸੌਗੀਆਂ, ਅੱਗੇ ਵੀ ਆਪਾਂ ਗੱਲ ਕੀਤੀ ਸੀ, ਔਰ ਇੱਧਰੋਂ ਮੰਗਵਾ ਰਹੇ ਆ। ਇਹ ਜਿਹੜੀ ਨੀਤੀ ਹੁੰਦੀ ਵਪਾਰਕ ਨੀਤੀ, ਇਹਦੇ 'ਚ ਦਵੱਲੀ ਹੁੰਦੀ ਹੈ। ਜੇ ਕਾਂਗਰਸ ਆਈ, ਉਹਨਾਂ ਨੇ ਹੋਰ ਕੰਟਰੀ ਨੂੰ ਜੱਫਾ ਪਾ ਲੈਣਾ, ਉਹਨਾਂ ਨੇ ਹੋਰਨਾਂ ਨਾਲ ਜੋੜ ਲੈਣਾ। ਜਿੱਧਰ ਇਹਨਾਂ ਦਾ ਝੁਕਦਾ ਛਾਪ ਆਉਂਦਾ ਉੱਧਰ ਕਰ ਲੈਂਦੇ ਆ। ਲੋਕਾਂ ਦਾ ਨਹੀਂ ਵੇਖਦੇ ਵੀ ਲੋਕਾਂ ਨੂੰ ਜਿਹੜਾ ਸਸਤਾ ਰੇਟ 'ਤੇ ਔਰ ਚੰਗਾ ਜਿਹੜਾ ਗੁਣਵੰਤਾ ਫਰੂਟ ਆ ਉਹ ਦਈਏ, ਜਿਹਦੀ ਕੁਆਲਿਟੀ ਅੱਛੀ ਆ। ਬੈਟਰ ਕੁਆਲਿਟੀ ਹਾਲ ਨਹੀਂ ਵੇਖਦੇ, ਵੇਖਦੇ ਆ ਜੀ ਉਹ ਬੱਲੇ ਅਮਰੀਕਾ ਤੋਂ ਆ ਰਿਹਾ, ਲੋਕ ਵਧੋ ਵਧੀ ਭੱਜ ਕੇ ਝੋਲੇ ਭਰ ਲੈਂਦੇ ਆ। ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਕਸ਼ਮੀਰ ਦਾ ਸੇਬ ਵੀ ਬਹੁਤ ਅੱਛਾ, ਅਖਰੋਟ ਬਹੁਤ ਅੱਛਾ, J&K 'ਚ ਅਖਰੋਟ ਬਹੁਤ ਅੱਛਾ ਹੁੰਦਾ, ਪਿਸਤਾ, ਬਦਾਮ, ਕਾਜੂ, ਬਹੁਤ ਕੁਛ ਹੁੰਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸੀਂ ਬਾਹਰੋਂ ਮੰਗਾ ਰਹੇ, ਦੂਰੋਂ ਮੰਗਾ ਰਹੇ। ਜੇ ਇਹ ਚੀਜ਼ ਬਾਹਰੋਂ ਆਊਗੀ, ਉਹਦੀ ਟਰਾਂਸਪੋਰਟੇਸ਼ਨ ਜ਼ਿਆਦਾ ਲੱਗੂਗੀ
ਇੱਕ ਦਰਾਮਦ ਡਿਊਟੀ ਵੀ ਘਟਾਤੀ ਹੈ। ਇਹ ਟੈਕਸ ਕਿਹਨਾਂ ਤੇ ਪੈਣਾ? ਲੋਕਾਂ ਤੇ। ਇਹ ਲੋਕ ਝੰਬੇ ਜਾਣਗੇ। ਇਹ ਗੱਲ ਕਾਂਗਰਸ ਨੇ ਕਹੀ। ਬਲਕਾਰ ਜੀ, ਇੱਥੇ ਨਾ ਇੱਕ ਚੀਜ਼ ਮੈਂ ਮੈਂਸ਼ਨ ਕਰਾਂਗਾ ਕਿ ਟਰੰਪ ਸਾਹਿਬ ਨੇ ਆਹ ਥੋੜੇ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀ ਕਿ ਜੇ ਮੈਂ ਸੈਕੰਡ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਦਾ ਤਾਂ ਮੈਂ ਦੇਖਾਂਗਾ ਕਿ ਇੰਡੀਆ ਕਿੰਨਾ ਟੈਕਸ ਲਗਾਉਂਦਾ ਅਮਰੀਕਾ ਦੇ, ਤੇ ਉਨਾ ਹੀ ਫਿਰ ਅਸੀਂ ਵੀ ਟੈਕਸ ਲਗਾਵਾਂਗੇ ਇੰਡੀਆ ਤੇ, ਕਿਉਂਕਿ ਇੰਡੀਆ ਦੇ ਵਿੱਚ ਇੰਡੀਆ ਵਿੱਚ ਟੈਕਸ ਜ਼ਿਆਦਾ ਨੇ। ਸੋ ਮੋਟਰਸਾਈਕਲਸ ਦੀ ਪ੍ਰੋਡਕਸ਼ਨਸ ਦੀ ਗੱਲ ਕੀਤੀ ਔਰ ਭਾਰਤ ਦੇ ਵਿੱਚ ਆਪਣੇ ਯੂਨਿਟ ਲਗਾਉਣ ਦੀ ਗੱਲ ਕੀਤੀ, ਬਟ ਪ੍ਰੋਵਾਈਡਡ ਕਿ ਇੰਡੀਆ ਟੈਕਸ ਘੱਟ ਕਰੇ। ਆਈ ਥਿੰਕ ਕਿ ਟਰੰਪ ਸਾਹਿਬ ਕਾਫੀ ਖੁਸ਼ ਹੋਣਗੇ ਇਸ ਗੱਲ ਦੇ ਉੱਤੇ ਕਿ ਇੰਡੀਆ ਨੇ ਟੈਕਸ ਘੱਟ ਕੀਤੇ ਨੇ। ਬਾਕੀ ਜੋ ਇੰਡੀਆ ਦੀ ਜਨਤਾ ਹੈ, ਇੰਡੀਆ ਦੀ ਵਿਰੋਧੀ ਧਿਰ ਹੈ ਔਰ ਇਹ ਸਾਰਾ ਜੋ ਇਕਨੋਮਿਕਸ ਦੇ ਮਾਹਿਰ ਨੇ, ਉਹ ਇਸ ਗੱਲ ਤੇ ਜ਼ਰੂਰ ਆਪਣਾ ਦਲੀਲ ਦੇ ਰਹੇ ਨੇ। ਵਾਕਈ ਜੇ ਟੈਕਸਿਸ ਘਟਣਗੇ ਤਾਂ ਇਨਕਮ ਘਟੇਗੀ, ਔਰ ਇਨਕਮ ਘਟੇਗੀ ਤਾਂ ਪਰ ਦੇਸ਼ ਦੇ ਖਰਚੇ ਉਨੇ ਹੀ ਨੇ। 3000 ਕਰੋੜ ਦਾ ਖਰਚਾ ਤੇ G20 ਤੇ ਹੀ ਹੋ ਗਿਆ, तो सारे खर्चे पूरे कितों करने ने। सो ये सब कुछ देखना पएगा। जैसे खन्ना जी ਆਪਾਂ ਇੰਡੀਆ ਬੋਲਿਆ 2-3-4 ਵਾਰੀ ਮੈਂ ਵੀ, ਔਰ ਜਦੋਂ G20 ਹੋਇਆ ਇਹਦੇ ਵਿੱਚ ਬਾਈਡਨ ਸਾਹਿਬ ਜਦੋਂ ਮੁਖਾਤਬ ਹੁੰਦੇ ਆ, ਸੰਬੋਧਨ ਕਰਦੇ ਆ, ਔਰ ਜਦੋਂ ਟਰੰਪ ਸਾਹਿਬ ਉਧਰੋਂ ਬੋਲਦੇ ਆ, ਕੀ ਆਪਾਂ ਉਹ ਅਜੇ ਇੰਡੀਆ ਕਹਿੰਦੇ ਜਾਂ ਭਾਰਤ ਕਹਿ ਕੇ? ਤਾਂ ਖੈਰ ਇੰਡੀਆ ਹੀ ਕਹਿੰਦੇ ਨੇ, ਇੰਡੀਆ ਹੀ ਕਹਿੰਦੇ। ਔਰ ਹਜੇ ਮੂੰਹ ਚੜਿਆ ਉਹਨਾਂ ਨੇ। ਯੈਸ, ਮੂੰਹ ਵੀ ਚੜਿਆ ਹੋਇਆ, ਔਰ ਹਜੇ ਸਪੈਸ਼ਲ ਸੈਸ਼ਨ ਹੋਣਾ ਹੈ। ਜੋ ਸਪੈਸ਼ਲ ਸੈਸ਼ਨ ਬੁਲਵਾਇਆ ਗਿਆ ਹੈ ਪਾਰਲੀਮੈਂਟ ਦਾ, ਇਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਹਜੇ ਡਿਸੀਜਨ ਹੋਣਾ ਹੈ ਕਿ ਨਵਾਂ ਨਾ ਕੀ ਹੋਏਗਾ। ਔਰ ਯੂਨਾਈਟਿਡ ਨੇਸ਼ਨਸ ਨੇ ਕਿਹਾ ਕਿ ਪਹਿਲਾਂ ਤੁਸੀਂ ਭਾਰਤ ਵਾਸੀਓ ਆਪਣਾ ਪ੍ਰੋਸੈਸ ਪੂਰਾ ਕਰ ਲਵੋ, ਭਾਰਤ ਸਰਕਾਰ ਆਪਣਾ ਪ੍ਰੋਸੈਸ ਪੂਰਾ ਕਰ ਲਵੇ, ਗਵਰਨਮੈਂਟ ਆਫ ਇੰਡੀਆ, ਉਸ ਤੋਂ ਬਾਅਦ ਫਿਰ ਅਸੀਂ ਆਪਣਾ ਪ੍ਰੋਸੈਸ ਪੂਰਾ ਕਰਾਂਗੇ ਜੇ ਨਾਮ ਚੇਂਜ ਹੁੰਦਾ ਹੈ। ਪਰ ਗੱਲ ਉਹੀ ਬਣੀ ਹੋਈ ਹੈ ਕਿ ਹਰ ਥਾਂ ਦੇ ਉੱਤੇ ਤਾਂ ਇੰਡੀਆ, ਕਿੱਥੇ ਦਾ ਇੰਡੀਆ ਯੂਜ਼ ਨਹੀਂ ਹੁੰਦਾ ਪਿਆ। ਇੱਥੋਂ ਤੱਕ ਕਿ ਇੰਡੀਆ ਗੇਟ ਹੈ, ਉਹਦਾ ਕੀ ਨਾਂ ਰੱਖਣਗੇ। ਔਰ ਜੇ ਦੇਖੀਏ, ਜੇ ਜਦੋਂ ਵਿਸ਼ੇਸ਼ ਪਾਰਲੀਮੈਂਟ ਸਮਾਗਮ ਹੋ ਰਿਹਾ, ਬੁਲਾਇਆ ਗਿਆ, ਉਹਦੇ ਵਿੱਚ ਜੇ ਜਦੋਂ ਰੋਕਣਾ ਤੈਨੂੰ ਆਪੋਜੀਸ਼ਨ ਨੇ, ਜਾਂ ਆਪੋਜੀਸ਼ਨ ਨੇ ਰੋਕਿਆ ਕਿ ਇਹ ਜਿਹੜਾ ਨਾਂ ਜੱਜਦਾ ਨਹੀਂ ਹੈਗਾ, ਤੁਸੀਂ ਇਹਨੂੰ ਕਿਉਂ ਕਰ ਰਹੇ ਜੇ, ਜਦੋਂ ਕਿ ਹਰ ਚੀਜ਼ 'ਤੇ, ਹਰ ਲੈਟਰ ਹੈਡ 'ਤੇ, ਹਰ ਟ੍ਰੀਟੀ 'ਤੇ, ਹਰ ਸੰਧੀ 'ਤੇ ਇੰਡੀਆ ਦਾ ਨਾਂ ਲਿਖਿਆ ਗਿਆ, ਸੰਵਿਧਾਨ ਦੇ ਵਿੱਚ ਇੰਡੀਆ ਦਾ ਨਾਂ ਲਿਖਿਆ ਗਿਆ। ਪਰ ਇਹਨਾਂ ਨੇ ਕਹਿਣਾ ਕਿ ਇਹਨਾਂ ਦਾ ਗੱਠਜੋੜ ਦਾ ਇੰਡੀਆ, ਇਹ ਤਦ ਕਰਕੇ ਰੋਕ ਰਿਹਾ ਕਿ ਆਪਣਾ ਨਾਂ ਜਿਹੜਾ ਉਹ ਹਾਈਲਾਈਟ ਕਰ ਰਿਹਾ। ਜਿਸ ਤਰ੍ਹਾਂ ਜਦੋਂ ਕਮਲ ਦਾ ਫੁੱਲ ਖਿੜਦਾ ਜਾਂ ਉਹਦੀ ਦੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਚੋਣ ਨਿਸ਼ਾਨ ਦੀ ਗੱਲ ਹੋ ਰਹੀ ਹੈ। ਇਹ ਗੱਲਾਂ ਜਿਹੜੀਆਂ ਇਹਨਾਂ ਦੀਆਂ ਮਿਕਸ ਹੋ ਰਹੀਆਂ, ਬੀਜੇਪੀ ਕਿੱਧਰ ਭੱਜੂਗੀ ਔਰ ਕਾਂਗਰਸ ਕਿੱਧਰ ਭੱਜੂਗੀ? ਦੋਨਾਂ ਦਾ ਤਾਂ ਇੰਡੀਆ ਕਮਲ ਦਾ ਫੁੱਲ ਕਈ ਕੁਛ ਹੈਗਾ, ਔਰ ਅਕਾਲੀ ਦਲ ਦੀ ਤੱਕੜੀ ਹੈ ਬਾਬੇ ਨਾਨਕ ਦੀ। ਕਈ ਚੀਜ਼ਾਂ ਜਿਹੜੀਆਂ ਚੋਣ ਨਿਸ਼ਾਨ ਨਾਲ ਰਿਲੇਟਡ ਨੇ, ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ ਕੰਮ ਆਉਂਦੀਆਂ। ਬਿਲਕੁਲ ਨੇ, ਔਰ ਈਵਨ ਕਾਂਗਰਸ ਦਾ ਪੰਜਾ ਹੱਥ ਆਮ ਬਿਲਕੁਲ ਆਮ ਲੋਕਾਂ ਦਾ ਹੈ। ਔਰ ਕਈ ਵਾਰ ਕਿਹਾ ਜਾਂਦਾ ਹੈ ਕਿ ਜੋ ਅਸੀਂ ਧਾਰਮਿਕ ਮਾਮਲਿਆਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੀਆਂ ਤਸਵੀਰਾਂ ਨੇ, ਜਿਹੜੀਆਂ ਮਹਾਂਪੁਰਖਾਂ ਦੀਆਂ ਤਸਵੀਰਾਂ ਨੇ, ਉਹਨਾਂ ਨੇ ਹੱਥ ਇਸ ਤਰ੍ਹਾਂ ਕੀਤਾ ਹੋਇਆ। ਕਈ ਵਾਰ ਉਹ ਰੈਫਰੈਂਸ ਦੇ ਦਿੰਦੇ ਨੇ ਕਿ ਦੇਖੋ ਉਹ ਆਸ਼ੀਰਵਾਦ ਦਿੰਦੇ ਪਏ ਨੇ ਨਾ, ਅਸੀਂ ਉਸ ਹੱਥ ਤੋਂ ਆਪਣੇ ਪਾਰਟੀ ਦਾ ਚੋਣ ਨਿਸ਼ਾਨ ਹੱਥ ਰੱਖਿਆ ਹੈ ਕਿ ਉਹਨਾਂ ਦਾ ਆਸ਼ੀਰਵਾਦ ਹੈ। ਉਹ ਇੱਧਰ ਵੀ ਗੱਲ ਮੋੜ ਲੈਂਦੇ ਨੇ, ਕਿਉਂਕਿ ਗੱਲ ਤਾਂ ਕਿਸੇ ਪਾਸੇ ਵੀ ਤੁਸੀਂ ਮੋੜ ਸਕਦੇ ਹੋ। ਹੁਣ ਇੱਥੇ ਸਵਾਲ ਇਹ ਹੁੰਦਾ ਹੈ ਕਿ ਜਦੋਂ ਇੰਡੀਆ ਭਾਰਤ ਸ਼ੁਰੂ ਤੋਂ ਚੱਲਦਾ ਪਿਆ ਹੈ, ਦੋਵੇਂ ਇੱਕੋ ਹੀ ਗੱਲ ਨੇ ਤਾਂ ਚੱਲਣ ਦਿਓ। ਇਹਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਰਾਜਨੀਤੀ, ਪਾਰਟੀ ਪੋਲਿਟਿਕਸ ਆਪਣੀ ਜਗ੍ਹਾ, ਪਰ ਦੇਸ਼ ਆਪਣੀ ਜਗ੍ਹਾ। ਇਹਦਾ ਕੀ ਫਾਇਦਾ ਹੋਊਗਾ? ਇਹਦੇ ਵੀ ਤਾਂ ਦੱਸ ਦੇਣ ਕਿ ਇਹਦਾ ਕੀ ਬੈਨੀਫਿਟ ਹੈ ਜੇ ਚੇਂਜ ਕਰਦੇ ਆ, ਕਿ ਇਹਦੇ ਪਿੱਛੇ ਕੀ ਪਿਛੋਕੜ ਹੈ, ਕਿਉਂ ਚੇਂਜ ਕਰ ਰਹੇ ਆ। ਕੁਝ ਚੀਜ਼ਾਂ ਦੇ ਜਿਹੜੇ ਆਲੋਚਕ ਪੁੱਛਦੇ ਆ ਵੀ ਤੁਸੀਂ ਚੇਂਜ ਕਿਉਂ ਕਰ ਰਹੇ ਜੀ? ਜੇ ਅਸੀਂ ਕੁਝ ਪਿੰਡ ਦਾ ਰਾਹ ਦੇਖਦੇ ਹਾਂ, ਪਿੰਡ ਦੇ ਰਾਹ ਨੂੰ ਜੇ ਉਹ ਲੰਬਾ ਜਾਂ ਉਹ 'ਚ ਮੋੜ ਹੈਗੇ ਆ, ਜਾਂ ਉਹ 'ਚ ਟਾਈਮ ਜ਼ਿਆਦਾ ਲੱਗਦਾ, ਗੱਡੀਆਂ ਆਪੋ 'ਚ ਵੱਜਦੀਆਂ, ਉਹ ਤਾਂ ਸੁਥਰੀ ਗੱਲ ਹੈ ਕਿ ਉਹਨੂੰ ਬਦਲ ਰਹੇ ਆ ਰਾਹ ਨੂੰ। ਜਿਸ ਪਿੰਡ ਦਾ ਰਾਹ ਖੈੜਾ ਪਹੁੰਚਣ ਦਾ ਵਧੀਆ ਹੈਗਾ, ਔਰ ਇਹ ਮਤਲਬ ਪਿੰਡ ਹੀ ਆ ਪੂਰੇ ਦਾ ਪੂਰਾ ਦੇਸ਼, ਤਾਂ ਇਹਦਾ ਨਾਂ ਬਦਲਣ ਦਾ ਕੀ ਮਤਲਬ? ਦੇਸ਼ ਦਾ ਨਾਂ ਬਦਲਣਾ ਮਤਲਬ ਪਿੰਡ ਦਾ ਨਾਂ ਬਦਲਣਾ ਹੈਗਾ। ਇੱਕ ਜ਼ਮਾਨੇ ਦੀ ਗੱਲ ਆ, ਕਿਸੇ ਪ੍ਰਾਚੀਨ ਪਿੰਡ ਦਾ ਨਾਂ ਸੀਗਾ, ਔਰ ਉਹਦਾ ਬਦਲਣ ਲਈ ਉਹਨਾਂ ਨੇ ਬਹੁਤ ਵੱਡਾ ਮੇਲਾ ਲਾਇਆ। ਮੇਲਾ ਲਾ ਕੇ ਤੇ ਉਸ ਪਿੰਡ ਦੇ ਵਿੱਚ ਲੋਕਾਂ ਨੂੰ ਬੁਲਾਇਆ, ਭੰਗੂੜੇ, ਝੂਲੇ, ਬੜਾ ਕੁਛ ਲਾਇਆ, ਖਰਚ ਕੀਤਾ, ਸਾਰਾ ਕੁਛ ਆਇਆ। ਔਰ ਜਦੋਂ ਆ ਕੇ ਵਾਪਸ ਜਦੋਂ ਲੋਕ ਆ ਰਹੇ ਆ ਉਸ ਮੇਲੇ ਨੂੰ ਵੇਖ ਕੇ, ਜਿਹੜੇ ਪੱਠੇ ਵੱਢ ਰਹੇ ਕਿਸਾਨਾਂ ਨੂੰ ਪੁੱਛਿਆ ਕਿੱਧਰੋਂ ਆਏ ਜੇ? ਉਹਨਾਂ ਨੇ ਕਿਹਾ ਸੰਬੋਧਨ ਉਸੇ ਤਰ੍ਹਾਂ ਆਂਦਾ ਫਲਾਣੇ ਪਿੰਡੋਂ। ਆਂਦੇ ਫਲਾਣਾ ਪਿੰਡ ਨਹੀਂ ਰਹਿ ਗਿਆ ਯਾਰ, ਇਹਦਾ ਪਿੰਡ ਦਾ ਨਾਂ ਤਾਂ ਹੁਣ ਬਦਲਤਾ। ਆਂਦੇ ਜੋ ਮਰਜ਼ੀ ਜਿੱਥੇ ਜਾਵੇ ਠੱਠੇ ਕੂਝ ਜਾਵੇ, ਇਹਨਾਂ ਦਾ ਨਵਾਂ ਨਾਂ, ਸਾਨੂੰ ਤਾਂ ਪੁਰਾਣਾ ਨਾਂ ਹੀ ਚੰਗਾ ਰਹਿਣਾ, ਅਸੀਂ ਉਹੀ ਲੈਣਾ ਗਾ। ਲੋਕਾਂ ਦੀ ਜ਼ਬਾਨ ਤੋਂ ਤੁਸੀਂ ਕਦੇ ਵੀ ਉਹ ਚੀਜ਼ ਨੂੰ ਇੱਧਰ ਉੱਧਰ ਨਹੀਂ ਕਰ ਸਕਦੇ। ਰੋਪੜ ਹੀ ਆ, ਰੂਪਨਗਰ ਨਹੀਂ। ਜੇ ਮੋਹਾਲੀ ਦਾ ਨਾਂ ਜਿਹੜਾ ਹੈਗਾ ਉਹ 'ਚ SS ਨਗਰ ਮੋਹਾਲੀ ਰੱਖਿਆ, ਨਹੀਂ ਲਿਜਾ ਰਹੇ ਲੋਕ। ਜਿਹੜਾ ਨਵਾਂ ਸ਼ਹਿਰ ਆ, ਇਹਦਾ ਨਾਮ ਬਦਲਿਆ ਗਿਆ ਹੈਗਾ, ਨਵਾਂ ਸ਼ਹਿਰ ਹੀ ਆ, ਜੋ ਲੋਕਾਂ ਦੇ ਮੂੰਹ 'ਤੇ ਚੜੇ ਹੈਗੇ। ਜਿਹੜੇ ਚੌਂਕਾਂ ਚੌਰਾਹਿਆਂ ਦੇ ਨਾਂ ਨੇ ਉੱਦਾਂ ਰਹਿਣਗੇ। ਫੁੱਟਬਾਲ ਚੌਕ, ਲੋਕ ਫੁੱਟਬਾਲ ਚੌਕ ਹੀ ਆਉਂਦੇ ਆ। ਜਿਹੜੇ ਚੌਕ ਬਦਲੇ ਆ ਜਾਂ ਨਾਮ ਬਦਲੇ ਆ, ਨਹੀਂ ਬਦਲਦੇ। ਲੋਕਾਂ ਦੀਆਂ ਜ਼ੁਬਾਨ ਨੂੰ ਤੁਸੀਂ ਕਿੱਦਾਂ ਮੋੜ ਕੇ ਉਹ ਕਰ ਲਓਗੇ?
ਕਾਗਜ਼ਾਂ 'ਚ ਬਦਲੋਗੇ ਪਰ ਲੋਕਾਂ ਦੇ ਮਨਾਂ 'ਚੋਂ ਨਹੀਂ ਬਦਲੋਗੇ। ਇੱਕੋ ਮਜ਼ਾਕ ਵਿੱਚ ਕਹਿੰਦੇ ਨੇ ਨਾ ਕਿ ਕੋਈ ਕੰਮ ਨਹੀਂ ਕੋਈ ਕਰਦਾ ਸੀ ਆਹ ਤੇ ਕਿਸੇ ਸਿਆਣੇ ਨੇ ਕਿਹਾ ਉਹ ਯਾਰ ਕੋਈ ਕੰਮ ਕਰਿਆ ਕਰ, ਹੋਰ ਕੁਝ ਨਹੀਂ ਤੇ ਜਿਹੜੇ ਕੱਪੜੇ ਨੇ ਨਾ ਉਹਨੂੰ ਪਹਿਲਾਂ ਫਾੜ ਲਿਆ ਕਰ, ਫਿਰ ਉਹਨੂੰ ਸੇ ਲਿਆ ਕਰ। ਆਹ ਮਤਲਬ ਕੱਪੜੇ ਫਾੜੀ ਜਾਇਆ ਕਰ, ਸੀ ਜਾਇਆ ਕਰ ਉਹੀ ਕੱਪੜੇ, ਉਹੀ ਵੀ ਆਰੇ ਲੱਗਾ ਰਹੇ ਆਰੇ ਲੱਗਾ ਰਿਹਾ ਕੰਮ ਤਾਂ ਕਰਦਾ ਰਿਹਾ। ਇਹ ਕੰਮ ਕਈ ਵਾਰ ਸਿਆਣੇ ਕਹਿੰਦੇ ਨੇ ਉਹ ਕੰਮ ਹੋਣ ਜਾ ਰਿਹਾ ਕਿ ਹੋਰ ਤੇ ਕੁਝ ਕਰਦੇ ਨਹੀਂ ਪਏ, ਚਲੋ ਜੀ ਨਾ ਹੀ ਬਦਲੇ ਜਾਈਏ, ਬਣੀ ਬਣਾਈ ਚੀਜ਼ ਨੂੰ ਰੋਡਸ ਦੇ ਨਾਮ ਬਦਲ ਦੋ, ਸ਼ਹਿਰਾਂ ਦੇ ਨਾਮ ਬਦਲ ਦੋ। ਜੀ ਜੀ ਮਤਲਬ ਜੋ ਬਦਲਨੇ ਨੇ ਉਹ ਹਾਲਾਤ ਬਦਲਨੇ ਨੇ। ਹਾਂ ਇਹ ਔਰ ਕਈ ਵਾਰ ਐਕਸਪਰਟਸ ਕਹਿੰਦੇ ਨੇ ਕਿ ਇਹ ਇਤਿਹਾਸ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਲੀਡਰ ਅੱਜ ਤਾਂ ਇਹ ਸਾਰਾ ਕੁਝ ਹੋ ਰਿਹਾ, ਨਾ ਬਦਲ ਰਿਹਾ, ਸਾਰਾ ਕੁਝ ਹੈ। ਜਦੋਂ ਅਸੀਂ ਗੁਲਾਮੀ ਦੀਆਂ ਜਜ਼ੀਰਾਂ ਵਿੱਚ ਜਕੜੇ ਸੀ ਉਦੋਂ ਕਿਉਂ ਨਾ ਅਸੀਂ ਇਹਦੇ ਤੇ ਕ੍ਰਿਟਿਸਾਈਜ਼ ਕੀਤਾ, ਉਦੋਂ ਆਲੋਚਨਾ ਨਹੀਂ ਕੀਤੀ ਕਿ ਵੀ ਵਾਂਟ ਨੋ ਦਿਸ ਨੇਮ, ਸਾਨੂੰ ਇਸ ਦਾ ਨਾਂ ਨਾਲ ਕੋਈ ਪਸੰਦ ਨਹੀਂ, ਅਸੀਂ ਨਹੀਂ ਲਾਵਾਂਗੇ, ਸਾਡਾ ਦੇਸ਼ ਭਾਰਤ ਹੈ। ਉਦੋਂ ਕਿਸੇ ਨੇ ਆਵਾਜ਼ ਨਹੀਂ ਉਠਾਈ, ਕਿਉਂ? ਉਦੋਂ ਲੀਡਰ ਕੋਈ ਨਹੀਂ ਸੀ ਉਹਨਾਂ 'ਚ। ਆਹ ਕੁਝ ਜਿਹੜੇ ਪੁਰਾਣੇ ਲੀਡਰ ਇਹਨਾਂ ਦੇ ਬੀਜੇਪੀ ਦੇ ਉਹੀ ਆ, ਕਾਂਗਰਸ ਦੇ ਪੁਰਾਣੇ ਉਹੀ ਲੀਡਰ ਹੈਗੇ ਆ। ਜਦੋਂ ਜਵਾਹਰ ਲਾਲ ਨਹਿਰੂ ਜੀ ਪਹਿਲੇ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਕਿਹਾ ਕਿ ਇੰਡੀਆ ਨਹੀਂ ਚਾਹੀਦਾ, ਕਿਸੇ ਨੇ ਨਹੀਂ ਬੋਲਿਆ। ਸਨ 2014 ਤੋਂ ਖੁਦ ਇਹੀ ਗਵਰਨਮੈਂਟ ਇਹੀ ਹੈ। ਉਦੋਂ ਤੱਕ ਪਹਿਲਾਂ ਕਿਉਂ ਨਹੀਂ ਕੀਤਾ? 9 ਸਾਲ ਹੋ ਗਏ, ਕਿਉਂ ਨਹੀਂ ਕੀਤਾ ਪਹਿਲਾਂ? ਜਾਣ ਲੱਗੇ ਚੇਤਾ ਆਇਆ ਹੁਣ, ਜਦੋਂ ਜਾਣ ਲੱਗੇ ਮਈ ਦੇ ਵਿੱਚ ਤੋਂ ਹੁਣ ਇਹਨੂੰ ਚੇਤਾ ਆ ਗਿਆ ਕਿ ਇਹਦਾ ਨਾਂ ਬਦਲ ਦਿਓ, ਇਹ ਨਾਂ ਪਹਿਲਾਂ ਪੁਰਾਣਾ ਨਾਂ ਹੈ, ਇਹ ਸਾਨੂੰ ਪਸੰਦ ਨਹੀਂ ਹੈਗੀ। ਚੰਗੀ ਗੱਲ ਜੇ ਨਹੀਂ ਪਸੰਦ ਆ ਕਹਿੰਦੇ ਨੂੰ ਟਾਈਮ ਨਾਲ ਬਦਲ ਦੇਣਾ ਚਾਹੀਦਾ। ਉਹ ਕਹਿੰਦੇ ਨੇ ਈਦੋਂ ਬਾਅਦ ਤੰਬਾ ਨਹੀਂ ਫੂਕਣਾ ਹੁੰਦਾ, ਈਦ ਤੇ ਟਾਈਮ ਤੇ ਜਿਹੜਾ ਪ੍ਰੋਪਰ ਟਾਈਮ ਆਉਂਦਾ ਹੈ। ਡਿਸਕਸ ਕਰਨ ਵਾਲੇ ਡਿਸਕਸ ਕਰਦੇ ਨੇ ਕਿ ਸਨ 2014 ਤੋਂ ਸਨ 2023 ਆ ਗਿਆ, ਸਾਰਾ ਪੀਰੀਅਡ ਤੁਹਾਡਾ ਹੀ ਰਿਹਾ। ਬਿਲਕੁਲ। ਉਦੋਂ ਕਿਉਂ ਨਹੀਂ ਚੇਂਜ ਕੀਤਾ? ਪਹਿਲੀ ਟਰਮ 'ਚ ਕਿਉਂ ਨਹੀਂ ਚੇਂਜ ਕੀਤਾ? ਸ਼ੁਰੂਆਤੀ ਦੌਰ 'ਚ ਕਿਉਂ ਨਹੀਂ ਚੇਂਜ ਕੀਤਾ? ਨਾ ਹੋ ਜਦੋਂ ਇਲੈਕਸ਼ਨਸ ਨੇੜੇ ਨੇ ਉਦੋਂ ਹੀ ਕਿਉਂ ਵਨ ਨੇਸ਼ਨ ਵਨ ਇਲੈਕਸ਼ਨ, ਭਾਰਤ ਦਾ ਨਾ ਇੰਡੀਆ ਹੋਣਾ ਚਾਹੀਦਾ ਕਿ ਭਾਰਤ ਹੋਣਾ ਚਾਹੀਦਾ, ਇਹ ਸਭ ਕਿਉਂ ਹੋ ਰਿਹਾ? ਸੋ ਚਲੋ ਇਹ ਡਿਸਕਸ਼ਨਸ ਨੇ ਔਰ ਇਹ ਡਿਸਕਸ਼ਨਸ ਚੱਲਦੀਆਂ ਰਹਿੰਦੀਆਂ। ਇਹ ਪਾੜਾ ਤਾਂ ਹੈ ਜਿਹੜੀ ਹੈ ਨਾ, ਜਿਹੜੀ ਗੱਠ ਜੋੜ ਉਹਨਾਂ ਨੇ ਸ਼ੁਰੂ ਕੀਤਾ। ਜੇਕਰ ਉਹ ਇੰਡੀਆ ਨਾ ਆਪਣਾ ਨਾਂ ਰੱਖਦੇ ਗੱਠ ਜੋੜ ਦਾ ਤੇ ਕਦੇ ਵੀ ਬੀਜੇਪੀ ਇਸ ਵਾਲੇ ਪਾਸੇ ਨਾ ਆਉਂਦੀ ਤੇ ਕਦੀ ਇਹ ਕੰਟਰੋਵਰਸੀ ਨਾ ਹੁੰਦੀ ਤੇ ਕਦੀ ਇਹ ਅੱਜ ਇਸ ਚੀਜ਼ ਦਾ ਖਮਿਆਜਾ ਨਾ ਸਾਰੀਆਂ ਜਿਹੜੇ ਪਾਰਟੀਆਂ ਉਹਨਾਂ ਨੂੰ ਭੁਗਤਣਾ ਪੈਂਦਾ। ਸਨ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖ ਕੇ ਇਹ ਗੱਲਾਂ ਹੋ ਰਹੀਆਂ ਨੇ। ਉਹ ਕਹਿੰਦੇ ਨੇ ਕਿ G20 ਦੇ ਵਿੱਚ ਅਮਰੀਕਾ ਨੇ ਵੀ ਕਿਉਂਕਿ ਇਸ ਚੀਜ਼ ਨੂੰ ਐਨਕੈਸ਼ ਕੀਤਾ ਕਿਉਂਕਿ ਅਮਰੀਕਾ ਵਿੱਚ ਵੀ 2024 ਦੀਆਂ ਇਲੈਕਸ਼ਨਸ ਨੇ ਆ ਗਈਆਂ ਉੱਥੇ ਔਰ ਸਾਡੀ ਮੌਜੂਦਾ ਗਵਰਨਮੈਂਟ ਨੇ ਵੀ ਇਹ ਵੀ ਕਿਹਾ ਜਾਂਦਾ ਹੈ। ਆ ਐਕਸਪਰਟਸ ਕਹਿੰਦੇ ਨੇ ਕਿ ਉਹਨਾਂ ਨੇ ਵੀ ਐਨਕੈਸ਼ ਕੀਤਾ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ, ਵੀ ਆ ਰਹੀਆਂ, ਇੰਡੀਆ 'ਚ ਵੀ ਆ ਰਹੀਆਂ। ਇਹ ਸਭ ਗੱਲਾਂ ਹੋ ਰਹੀਆਂ ਨੇ। ਔਰ ਨਾਲ ਇੱਕ ਹੋਰ ਨਵੀਂ ਜੁੜਦੀ ਗੱਲ ਆ ਰਹੀ ਹੈ ਕਿ ਨਵੀਂ ਪਾਰਲੀਮੈਂਟ ਜਿਹੜੀ ਬਣਾਈ ਹੈ, ਭਾਰਤ ਦੀ ਨਵੀਂ ਪਾਰਲੀਮੈਂਟ ਹੈ, ਉਹਦੇ ਜਿਹੜੇ ਕਰਮਚਾਰੀ ਨੇ, EMPLOYEES ਉੱਥੇ ਕੰਮ ਕਰਦੇ ਨੇ, ਉਹਨਾਂ ਨੂੰ ਜਿਹੜੀ ਯੂਨੀਫਾਰਮ ਦਿੱਤੀ ਗਈ ਹੈ, ਉਸ ਯੂਨੀਫਾਰਮ ਦੇ ਉੱਤੇ ਕਮਲ ਦਾ ਨਿਸ਼ਾਨ ਹੈ, ਕਮਲ ਦਾ ਮਾਰਕਾ ਲਗਾਇਆ ਗਿਆ ਹੈ। ਔਰ ਵਿਰੋਧੀ ਧਿਰ ਕਹਿੰਦੇ ਨੇ ਕਿ ਇਹ ਤਾਂ ਬੀਜੇਪੀ ਦਾ ਮਾਰਕਾ ਹੈ ਔਰ ਜਦ ਕਿ ਪਾਰਲੀਮੈਂਟ ਤਾਂ ਭਾਰਤ ਦੀ ਹੈ ਤੇ ਫਿਰ ਉਹਨਾਂ ਦੀ ਵਰਦੀ ਦੇ ਉੱਤੇ ਕਮਲ ਦਾ ਨਿਸ਼ਾਨ ਕਿਉਂ ਲਗਾਇਆ ਗਿਆ? ਇਹ ਤੇ ਬੀਜੇਪੀ ਦਾ ਚੋਣ ਨਿਸ਼ਾਨ ਹੈ। ਇਹ ਜਦੋਂ ਹੁਣ ਵਿਸ਼ੇਸ਼ ਸਮਾਗਮ ਹੋ ਰਿਹਾ, ਉਹ ਨਵੀਂ ਇਮਾਰਤ 'ਚ ਹੋ ਰਿਹਾ ਪਾਰਲੀਮੈਂਟ ਦੀ, ਜਿਹੜੀ ਦਿੱਲੀ 'ਚ ਨਵੀਂ ਉਹ ਸਾਰੀ ਕੀ ਹੈ ਇਮਾਰਤ, ਔਰ ਬਹੁਤ ਖੁੱਲੀ ਹਵਾਦਾਰ ਬਹੁਤ ਜ਼ਬਰਦਸਤ ਇਮਾਰਤ ਬਣਾਈ ਹੈ ਮੋਦੀ ਸਾਹਿਬ ਦੇ ਮਿਆਦ ਦੇ ਵਿੱਚ। ਔਰ ਉਹਦਾ ਉਦਘਾਟਨ ਵੀ ਹੋਇਆ ਜਦੋਂ ਜਿਹਦੇ ਵਿੱਚ ਸੀਗੇ ਸਾਰੇ ਪਲੇਅਰ, ਜਿਹੜੇ ਖਿਡਾਰੀ ਸੀ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ, ਨਾਅਰੇਬਾਜ਼ੀ ਵੀ ਹੋਈ ਸੀ ਔਰ ਉਹਦੇ ਵਿੱਚ ਖਿਡਾਰੀ ਬਹੁਤ ਆ ਗਏ ਸੀਗੇ ਔਰ ਕਿਸਾਨ ਵੀ ਉਹਦੇ ਵਿੱਚ ਇਸ ਰੁਤਬੇ 'ਤੇ ਪਹੁੰਚੇ ਕਿ ਇਹ ਗਲਤ ਹੈਗਾ ਕਿ ਖਿਡਾਰੀਆਂ ਨਾਲ ਕਿਉਂ ਇਹੋ ਜਿਹੇ ਜਿਹੜੀ ਹੈਗੀ ਆ ਦਸ਼ਾ 'ਤੇ ਪਹੁੰਚਾਇਆ ਗਿਆ। ਔਰ ਇਹਦੇ ਦੇ ਨਾਲ ਇਹ ਹੁਣ ਨਵੀਂ ਗੱਲ ਆ ਗਈ ਹੈ ਕਿ ਜਿਹੜੇ ਕਰਮਚਾਰੀ ਉੱਥੇ ਕੰਮ ਕਰਨਗੇ ਉਹਨਾਂ ਦੀ ਪੋਸ਼ਾਕ ਬਦਲਤੀ ਹੈ, ਡਰੈਸ ਕੋਡ ਜਿਹੜਾ ਬਦਲਤਾ। ਉਹ ਹੈਗੇ ਜਿਹੜੇ ਮੇਲ ਉਹ ਕਰੀਮ ਕਲਰ ਦੀਆਂ ਜਿਹੜੀਆਂ ਹੋਣਗੀਆਂ, ਸਫਾਰੀ ਸੂਟ ਨਹੀਂ ਪਾਉਣਗੇ, ਉਹਦੇ ਵਿੱਚ ਪਜਾਮੇ ਕੁੜਤੇ ਤੇ ਜਿਹੜੀ ਸਾਡੀਆਂ ਪੋਸ਼ਾਕਾਂ ਇੰਡੀਅਨ ਉਹ ਪਾਉਣਗੇ। ਜਿਹੜੇ ਅੰਗਰੇਜ਼ਾਂ ਨਾਲ ਰਿਲੇਟਡ ਜਿਹੜੀਆਂ ਪੋਸ਼ਾਕਾਂ ਉਹਨੂੰ ਬਦਲਤਾ। ਔਰ ਜਿਹੜੀਆਂ ਕੁੜੀਆਂ ਹੋਣਗੀਆਂ, ਫੀਮੇਲ ਹੋਣਗੀਆਂ, ਉਹਨਾਂ ਨੂੰ ਸਾੜੀਆਂ ਪਾਤੀਆਂ, ਸਾੜੀਆਂ ਹੋਣਗੀਆਂ। ਪਰ ਜਿੱਤੇ ਕਲਰ ਤੇ ਨਹੀਂ ਕਿਸੇ ਨੇ ਕੋਈ ਬੋਲਿਆ, ਕਾਂਗਰਸ ਉਹਦੇ ਤੇ ਬੋਲੀ ਹੈ ਕਿ ਇਹਨਾਂ ਨੇ ਜਿਹੜਾ ਉਹਨਾਂ ਦੀਆਂ ਕਾਂ 'ਤੇ ਕੋਟ ਲਾ ਕੇ ਸਿੰਬਲ ਲਾਇਆ, ਉਹਦੇ 'ਤੇ ਜਿਹੜਾ ਕਮਲ ਦਾ ਫੁੱਲ ਉਹਦੀ ਫੋਟੋ ਨਾਲ ਲਾਤੀ ਹੈ। ਔਰ ਉਹਨਾਂ ਨੇ ਕਿਹਾ ਇਹ ਤਾਂ ਚੋਣ ਨਿਸ਼ਾਨ ਹੀ ਇਹਨਾਂ ਦਾ ਹੈਗਾ, ਇਹਨਾਂ ਨੂੰ ਇਹ ਨਹੀਂ ਪਤਾ ਕੀ ਹੈਗਾ। ਔਰ ਜਦੋਂ ਕਿ ਬੀਜੇਪੀ ਨੇ ਕਿਹਾ ਨਹੀਂ ਇਹ ਤਾਂ ਨੈਸ਼ਨਲ ਫੁੱਲ ਹੈਗਾ, ਉਹ ਕਹਿੰਦੇ ਜਿਹੜੇ ਨੈਸ਼ਨਲ ਹੈਗਾ ਜਿਹ 'ਚ ਬਾਘ ਹੈਗਾ ਜਾਂ ਮੋਰ ਆ, ਸ਼ੇਰ ਜਿਹੜਾ ਸਾਡੇ ਝੰਡੇ 'ਤੇ ਆ, ਜਿਸ ਤਰ੍ਹਾਂ ਦਾ ਉਹ ਹੈਗਾ, ਉਹਦੇ 'ਤੇ ਸਾਨੂੰ ਉਹ ਚੀਜ਼ਾਂ ਲਾਉਣੀਆਂ ਚਾਹੀਦੀਆਂ ਜਿਹੜੀਆਂ ਸਾਡੀਆਂ ਰਾਸ਼ਟਰੀ ਤੌਰ 'ਤੇ ਐਨੀਮਲ। ਮੋਰ ਹੈ, ਮੋਰ ਨੂੰ ਕਿਉਂ ਨਹੀਂ ਲਾਇਆ? ਔਰ ਦੂਜੇ ਪਾਸੇ ਬਾਘ ਆ, ਉਹਨੂੰ ਕਿਉਂ ਨਹੀਂ ਲਾਇਆ? ਔਰ ਲਾਤਾ ਇਹਨਾਂ ਨੇ ਆਪਣਾ ਕਮਲ ਦਾ ਫੁੱਲ। ਔਰ ਉਹਦੇ ਵਿੱਚ ਉਹਨਾਂ ਨੇ ਆਲੋਚਨਾ ਕੀਤੀ ਹੈ ਕਿ ਇਹ ਗਲਤ ਹੈ ਕਿ ਆ ਇਲੈਕਸ਼ਨ ਆਉਣ ਵਾਲੀ ਹੈ, ਲੋਕਾਂ ਦੇ ਮਨਾਂ 'ਤੇ ਇਹਦੀ ਛਾਪ ਛੱਡਣਾ ਚਾਹੁੰਦੇ ਆ ਕਿ ਕਮਲ ਦਾ ਫੁੱਲ ਬੀਜੇਪੀ ਦਾ ਹੈਗਾ। ਜਿਨ੍ਹਾਂ ਨੂੰ ਭੁੱਲਿਆ ਭਟਕਿਆ ਉਹ ਵੀ ਚੇਤਾ ਆ ਜਾਊਗਾ। ਜਦੋਂ ਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਾਂਗਰਸ ਦਾ ਪੰਜਾ ਹੈਗਾ, ਤੇ ਕਾਂਗਰਸ ਨੇ ਆਪਣੀ ਜਗ੍ਹਾ 'ਤੇ ਕਿਤੇ ਅਜੇ ਨਹੀਂ ਲਾਇਆ ਚੋਣ ਨਿਸ਼ਾਨ 'ਤੇ।
ਜਦੋਂ ਹੋਊਗਾ ਵੋਟਾਂ ਆਉਣਗੀਆਂ ਉਦੋਂ ਇਹਦੀ ਐਡਵਰਟਾਈਜ਼ਮੈਂਟ ਹੋਊਗੀ। ਅਜੇ ਚੁੱਪ ਆ ਲੋਕ, ਜਦੋਂ ਕੋਡ ਆਫ ਕੰਡਕਟ ਲੱਗਦਾ ਉਦੋਂ ਤੋਂ ਹੈਗਾ। ਇਹਨਾਂ ਨੇ ਐਡਵਾਂਸ ਹੀ ਸਾਰਾ ਕੁਝ ਕਰਤਾ, ਕਿਉਂਕਿ ਇਹਨਾਂ ਦੇ ਹੱਥ ਵਿੱਚ ਤਾਕਤ ਆ, ਇਹਨਾਂ ਦੇ ਹੱਥ ਵਿੱਚ ਪਾਰਲੀਮੈਂਟ ਆ, ਔਰ ਇਹਨਾਂ ਦੇ ਹੱਥ ਵਿੱਚ ਲੋਕਾਂ ਦੀ ਜਿਹੜੀ ਹੈਗੀ ਆ ਨੀਤੀ ਹੈ ਕਿ ਲੋਕਾਂ ਨੂੰ ਕੀ ਦਰਸਾਉਣਾ ਤੇ ਲੋਕਾਂ ਤੱਕ ਕੀ ਪਹੁੰਚਾਉਣਾ, ਉਹ ਸਾਰਾ ਇਹਨਾਂ ਦੇ ਹੱਥ ਵਿੱਚ। ਤਾਂ ਉਹਦਾ ਇਹ ਸਾਰਾ ਕੁਝ ਕੰਮ ਅੱਗੇ ਲਿਆ ਕੇ ਕਰ ਰਹੇ ਆ। G20 ਜੋ ਹੋਇਆ ਹੈ, ਐਕਸਪਰਟਸ ਦੀ ਰਾਏ ਇਹ ਵੀ ਹੈ ਕਿ G20 ਦੇ ਸਾਰੇ ਈਵੈਂਟ ਨੂੰ ਬੀਜੇਪੀ ਜੋ ਇਸ ਵਕਤ ਰੂਲਿੰਗ ਪਾਰਟੀ ਹੈ ਉਹਨੇ ਆਪਣੀ ਇਲੈਕਸ਼ਨ ਕੈਂਪੇਨ ਦੀ ਸ਼ੁਰੂਆਤ ਦੇ ਰੂਪ ਵਿੱਚ ਲਿੱਤਾ ਹੈ, ਜੋ 2024 ਦੀਆਂ ਇਲੈਕਸ਼ਨਸ ਹੋਣ ਜਾ ਰਹੀਆਂ ਨੇ। ਹਾਂ, ਔਰ ਲੋਗੋ ਦੇ ਉੱਤੇ ਵੀ ਕਈ ਵਾਰ ਗੱਲ ਕਰਦੇ ਨੇ ਕਿ ਜਦੋਂ ਅਸੀਂ ਦੇਖਦੇ ਹਾਂ G20 ਲਿਖਿਆ ਹੋਇਆ ਤੇ ਜੋ 0 ਹੈ 20 ਵਾਲੀ, ਉਦੋਂ ਇੱਕ ਗਲੋਬ ਬਣਾਇਆ ਗਿਆ ਹੈ, ਦੁਨੀਆ ਦਾ ਨਕਸ਼ਾ, ਔਰ ਥੱਲੇ ਕਮਲ ਦਾ ਫੁੱਲ ਹੈ, ਉਹਦੇ ਵਿੱਚ ਕਮਲ ਦਾ ਫੁੱਲ ਥੱਲੇ ਪਾ ਕੇ ਕਮਲ ਦਾ ਫੁੱਲ, ਔਰ ਉਹਦੇ ਉੱਤੇ ਉਹ ਗਲੋਬ ਰੱਖਿਆ ਗਿਆ ਜੋ 0 ਹੈ। ਉਹਦੇ ਵਿੱਚ ਉਦੋਂ ਤੱਕ ਨਹੀਂ ਲੋਕੀ ਬੋਲੇ ਜਾਂ ਔਰ ਇਹ ਵੀ ਆਪੋਜੀਸ਼ਨ ਬੋਲੇ, ਹੁਣ ਡੇਟਸ ਬੋਲੇ ਦੇ ਵਿੱਚ ਐਕਸਪਰਟਸ ਗੱਲ ਕਰ ਰਹੇ ਨੇ ਕਿ ਇਹ ਕੀ ਕੀਤਾ ਹੈ। ਸੋ ਇਸ ਚੀਜ਼ ਨੂੰ ਲੈ ਕੇ ਚੱਲਦੇ ਨੇ ਕਿ ਇਸ ਇਵੈਂਟ ਨੂੰ ਬੀਜੇਪੀ ਨੇ ਇਲੈਕਸ਼ਨ ਕੈਂਪੇਨਸ ਦੇ ਰੂਪ ਦੇ ਵਿੱਚ ਐਨਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਇੱਥੋਂ 2024 ਦੀਆਂ ਜਿਹੜਾ ਚੋਣਾਂ ਹੋਣੀਆਂ ਨੇ ਉਹਦੀ ਇਲੈਕਸ਼ਨ ਦੀ ਜੋ ਕੈਂਪੇਨ ਹੈ ਉਹ ਇੱਥੋਂ ਸ਼ੁਰੂਆਤ ਕੀਤੀ ਹੈ, ਇਹ ਵੀ ਐਕਸਪਰਟਸ ਕਹਿ ਰਹੇ ਨੇ। ਵੈਸੇ ਜੋ ਜਿਹੜੇ ਸਮਾਗਮ ਹੁੰਦੇ ਆ, ਜੋ ਕਾਨਫਰੰਸਾਂ ਹੁੰਦੀਆਂ, ਜੋ ਲੋਕਾਂ ਦਾ ਇਕੱਠ ਹੁੰਦਾ, ਹਜੂਮ ਹੁੰਦਾ, ਉਹਦੇ ਵਿੱਚ ਘੱਟੋ ਘੱਟ ਹੁਣ ਪੈਂਤੜਾ ਇਹ ਹੀ ਹੋਊਗਾ ਇਲੈਕਸ਼ਨ ਦਾ। ਅੱਜ ਅਸੀਂ ਗੱਲ ਕਰਦੇ ਹਾਂ ਨਾ, ਚ ਅਰਥ ਵਿਵਸਥਾ ਦੀ ਗੱਲ ਆ, ਇਹਦੇ ਵਿੱਚ ਪ੍ਰਦੂਸ਼ਣ ਦੀ ਗੱਲ ਆ, ਇਹਦੇ ਵਿੱਚ এনवायरमेंट ਦੀ ਗੱਲ ਹੋਣੀ ਆ। ਪਾ ਲਾ ਕੇ ਜਿੱਦਾਂ ਤੁਸੀਂ ਦੱਸਿਆ ਸ਼ੁਰੂਆਤ ਉੱਥੋਂ ਹੀ ਹੋਣੀ ਆ, ਕੰਪੇਨ ਤੋਂ, ਇਲੈਕਸ਼ਨ ਕੰਪੇਨ ਤੋਂ ਲੋਕਾਂ ਦਾ ਧਿਆਨ ਉੱਧਰ ਹੀ ਖਿੱਚਣਾ, ਵਾਰ-ਵਾਰ ਇਹੀ ਐਡਵਰਟਾਈਜ਼ਮੈਂਟ ਹੋਣੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 0 ਦੇ ਵਿੱਚ ਉਹਨਾਂ ਨੇ ਕਮਲ ਦਾ ਫੁੱਲ ਨਾਲ ਥੱਲੇ ਲਾ ਦਿੱਤਾ, ਔਰ ਇਸੇ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਐਡਵਰਟਾਈਜ਼ਮੈਂਟ ਹੋ ਰਹੀਆਂ। ਪੈਸਾ ਗੌਰਮੈਂਟ ਦਾ, ਪੈਸਾ ਲੋਕਾਂ ਦਾ, ਔਰ ਐਡਵਰਟਾਈਜ਼ਮੈਂਟ ਆਪਣੀ ਪਾਰਟੀ ਦੀ, ਚਾਹੇ ਕੇਂਦਰ ਇਸ ਵੇਲੇ ਜਿਹੜੀ ਹੈਗੀ ਆ ਰੂਲਿੰਗ ਪਾਰਟੀ ਆ, ਔਰ ਸਾਰੀ ਤਾਕਤ ਉਹਦੇ ਹੱਥ ਵਿੱਚ ਹੈ। ਇਹ ਨਹੀਂ ਹੁੰਦਾ ਕਿ ਤੁਸੀਂ ਉਹਦੀ ਦੁਰਵਰਤੋਂ ਕਰੋ ਆਪਣੀ ਤਾਕਤ ਦੀ, ਲੋਕਾਂ ਤੱਕ ਇਹ ਚੀਜ਼ਾਂ ਪਹੁੰਚਾਓ ਜਿਹੜੇ ਲੋਕਾਂ ਨੂੰ ਜ਼ਰੂਰਤ ਨਹੀਂ। ਅਜੇ ਮਈ ਤੱਕ ਤਾਂ ਜੇ ਇਲੈਕਸ਼ਨ ਹੋਣੀਆਂ, ਉਦੋਂ ਪਹਿਲਾਂ ਅਸੀਂ ਇਹ ਪੈਂਤਲਾ ਇਹਨਾਂ ਨੇ ਬੰਨ੍ਹ ਲਿਆ ਪਾਰਟੀਆਂ ਨੇ ਕਿ ਆਪਣਾ ਜਿਹੜਾ ਮੁਹਿੰਮ ਆ ਉਹਨੂੰ ਸ਼ੁਰੂ ਕਰ ਦਿਓ। ਕਰਨੀ ਚਾਹੀਦੀ ਹੈ, ਜ਼ਰੂਰੀ ਹੈ, ਕਿਉਂਕਿ ਪਹਿਲਾਂ ਸ਼ੁਰੂ ਹੁੰਦੀ ਹੈ, ਪਰ ਇਹ ਨਹੀਂ ਹੈਗਾ ਕਿ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਕੇ ਉਹਦਾ ਫਾਇਦਾ ਲਓ। ਬਿਲਕੁਲ ਠੀਕ ਗੱਲ ਕਹਿ ਰਹੇ ਹੋ, ਕਿਉਂਕਿ ਇਹ ਹੁਣ ਸਿੱਧੀ ਸਾਦੀ ਗੱਲ ਇਹ ਹੈ ਕਿ ਜੋ ਐਕਸਪਰਟਸ ਦੀ ਗੱਲ ਹੈ, ਔਰ ਇੱਥੋਂ ਫਿਰ ਆਪਾਂ ਅੱਗੇ ਚੱਲਦੇ ਹਾਂ। ਐਕਸਪਰਟਸ ਕਹਿੰਦੇ ਨੇ ਕਿ ਇਹ ਲੱਗਦਾ ਨਹੀਂ ਕਿ ਗਵਰਨਮੈਂਟ ਆਫ ਇੰਡੀਆ ਨੇ ਇਹ ਇਵੈਂਟ ਕੀਤਾ ਹੈ G20 ਦਾ, ਇਹ ਲੱਗਦਾ ਹੈ ਕਿ ਰੂਲਿੰਗ ਪਾਰਟੀ ਬੀਜੇਪੀ ਨੇ ਆਪਣਾ ਇਵੈਂਟ ਕੀਤਾ ਹੈ ਜੋ G20 ਦਾ ਹੈ। ਚਲੋ ਉਹਨਾਂ ਦੀ ਰਾਏ ਹੈ, ਹੁਣ ਦੇਖੋ ਪਬਲਿਕ ਦੀ ਰਾਏ ਕੀ ਬਣਦੀ ਹੈ। ਸਭ ਤੋਂ ਪਹਿਲਾਂ ਤਾਂ ਸਾਡਾ ਧਿਆਨ ਹੋਏਗਾ ਜਿਹੜਾ ਸਪੈਸ਼ਲ ਪਾਰਲੀਮੈਂਟ ਦੇ ਵਿੱਚ ਸੈਸ਼ਨ ਬੁਲਾਇਆ ਜਾ ਰਿਹਾ ਭਾਰਤ ਦੇ ਨਾਂ ਨੂੰ ਲੈ ਕੇ, 1 ਇਲੈਕਸ਼ਨ 1 ਨੇਸ਼ਨ ਨੂੰ ਲੈ ਕੇ, ਔਰ ਇਹ ਸਾਰੀਆਂ तमाम ਗੱਲਾਂ ਹੋਣੀਆਂ ਨੇ। ਦੇਖੋ ਇੰਡੀਆ ਫਰੰਟ ਉੱਥੇ ਕੀ ਕਰਦੀ, ਬਾਕੀ ਵਿਰੋਧੀ ਧਿਰ ਕੀ ਕਰਦੇ ਨੇ, ਤੇ ਪਬਲਿਕ ਤਾਂ ਹੀਰੋ ਹੁੰਦੀ ਹੀ ਹੈ ਡੈਮੋਕ੍ਰੇਸੀ ਦੇ ਵਿੱਚ। ਪਬਲਿਕ ਦਾ ਡਿਸੀਜਨ ਫਾਈਨਲ ਡਿਸੀਜਨ। ਸੋ ਮਨੀਪੁਰ ਦੇ ਵਿੱਚ ਫਿਰ ਹਿੰਸਾ ਸ਼ੁਰੂ ਹੋ ਗਈ ਔਰ ਕਤਲੋ ਗਾਰਤ ਫੈਲ ਰਹੀ ਹੈ ਥਾਂ ਦੇ ਉੱਤੇ। ਹੁਣ ਇਹ ਮੁੜ ਤੋਂ ਉਹੀ ਹਿਸਟਰੀ ਰਿਪੀਟ ਹੋ ਰਹੀ ਹੈ। ਹਾਂ, ਜਿਸ ਤਰ੍ਹਾਂ ਥੋੜ੍ਹੀ ਦੇਰ ਸ਼ਾਂਤੀ ਰਹੀ ਆ ਔਰ ਥੋੜ੍ਹੇ ਇੱਕਾ ਦੁੱਕਾ ਜਿਹੜੇ ਇੰਸੀਡੈਂਟ ਹਾਦਸੇ ਵਾਪਰਦੇ ਰਹੇ ਆ, ਪਰ ਹੁਣ ਮੁੜ ਦੁਬਾਰਾ ਹਿੰਸਾ ਭੜਕੀ ਆ, ਖਾਸ ਕਰਕੇ ਪਿੰਡਾਂ ਵਿੱਚ। ਤੇ 2-3 ਜ਼ਿਲ੍ਹੇ ਨੇ ਜਿਹਦੇ ਵਿੱਚ ਇਹ ਕਤਲੋ ਗਾਰਤ ਹੋਈ ਆ, ਬਲੱਡ ਸ਼ੈਡ ਹੋਇਆ, ਬੰਦੇ ਕੁਛ ਮਾਰ ਵੀ ਦਿੱਤੇ ਆ, ਔਰ ਉਹਨਾਂ ਦਾ ਜਿਹੜੀ FIR ਤਾਂ ਲੌਜ ਹੋ ਜਾਂਦੀ ਆ। ਜਿਹੜੀ ਮੁਕੱਦਮੇ ਦਰਜ ਹੁੰਦੇ ਆ, ਉਹ ਤੋਂ ਬਾਅਦ ਕਿਹਨੇ ਜਾਣਾ? ਜੇ ਬੰਦਾ ਹੀ ਨਹੀਂ ਫੜਿਆ ਜਾਂਦਾ ਤਾਂ ਮੁਕੱਦਮਾ ਕਿਹਦੇ 'ਤੇ ਦਾਇਰ ਹੋਏਗਾ? ਜਿਹੜੇ ਮਾਰਨ ਵਾਲੇ ਆ ਉਹ ਮੁੜ ਕੇ ਰੂਪ-ਪੋਸ਼ ਹੋ ਜਾਂਦੇ, ਲੱਭਦੇ ਨਹੀਂਗੇ। ਔਰ ਇਹਦੇ ਵਿੱਚ ਜਿਹੜੇ BJP ਦੀ ਉੱਥੇ ਸਰਕਾਰ ਆ, ਜਿਹਦੇ ਵਿੱਚ ਕੁਝ ਜਿਹੜੇ ਵਿਧਾਇਕ ਨੇ ਉਹਨਾਂ ਨੇ ਇਕੱਠੇ ਹੋ ਕੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਕੇਂਦਰ ਨਾਲ ਗੱਲਬਾਤ ਕਰਾਂਗੇ, ਇਹਦੇ 'ਤੇ ਜਿਹੜਾ ਠੋਸ ਤਰੀਕੇ ਨਾਲ ਇਹਨੂੰ ਰੋਕਣ ਦਾ ਯਤਨ ਕਰਾਂਗੇ। ਪਰ ਉਹਦੇ 'ਚ ਜਿਹੜੇ ਮੁੱਖ ਮੰਤਰੀ ਨੇ N ਬੀਰੇਨ ਸਿੰਘ, ਉਹਦਾ ਦਾ ਸ਼ਾਮਲ ਨਹੀਂ ਹੈਗੇ, ਉਹਨਾਂ ਨੇ ਸਾਈਨ ਨਹੀਂ ਕੀਤੇ। ਉਹ ਇੱਕ ਵੱਖਰੇ ਸਾਈਡ 'ਤੇ ਬੈਠੇ ਨੇ। ਇਹਦੇ ਵਿੱਚ ਇਹ ਨਹੀਂ ਪਤਾ ਲੱਗਾ ਕਿ ਇਹ ਕਿਉਂ ਪਾੜਾ ਵੱਡਾ ਰਹਿ ਗਿਆ। ਕੁਝ ਵਿਧਾਇਕ, ਕੁਝ ਮੰਤਰੀ ਇਸ ਪਾਸੇ ਆ ਗਿਆ, ਤੇ ਖੁਦ ਜਿਹੜੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਆਉਣਾ ਚਾਹੀਦਾ, ਉਹਨਾਂ ਨੂੰ ਸੰਬੋਧਨ ਕਰਨਾ ਚਾਹੀਦਾ, ਦੱਸਣਾ ਚਾਹੀਦਾ ਕਿ ਇਸ ਵੇਲੇ ਕੀ ਕੁਛ ਇੱਥੇ ਵਾਪਰ ਰਿਹਾ, ਤੇ ਸਾਰੇ ਇਕੱਠੇ ਹੋ ਜਾਓ, ਯੂਨਾਈਟ ਹੋ ਕੇ ਇਹਨਾਂ ਨੂੰ ਸਮਝਾਈਏ। ਤੇ ਇਹਦੇ 'ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਔਰ ਉਹਨਾਂ ਨੇ ਸਿਕਿਉਰਿਟੀ ਹੋਰ ਮੰਗੀ ਆ, ਕਿਉਂਕਿ ਕੁਝ ਜਗ੍ਹਾ 'ਤੇ ਸਿਕਿਉਰਿਟੀ ਨਹੀਂ, ਜਿਨ੍ਹਾਂ ਦੇ ਹਥਿਆਰ ਖੋਏ ਗਏ ਆ, ਮੰਤਰੀਆਂ ਦੇ ਘਰਾਂ ਨੂੰ ਅੱਗ ਲਾਈ ਗਈ ਆ, ਔਰ ਬਹੁਤ ਜਗ੍ਹਾ 'ਤੇ ਸਾਰਾ ਕੁਛ ਹੈ। ਅਜੇ ਤੱਕ ਉੱਥੇ ਇਸ ਤਰ੍ਹਾਂ ਦਾ ਕੋਈ ਅੱਛਾ ਵਰਤਾਓ ਨਹੀਂ ਹੋ ਰਿਹਾ। ਜਿੱਧਰ ਵੇਖੋ ਮਤੋਈ, ਜਿੱਧਰ ਵੇਖੋ ਦੂਸਰੇ ਜਿਹੜੇ ਟਰਾਈਬਲ ਉਹਨਾਂ ਦਾ ਜਥੇਬੰਦੀ ਆ, ਇਕੱਠੇ ਹੋ ਗਏ ਆ, ਔਰ ਉਹਨਾਂ ਨੇ ਕਿਹਾ ਸੀਗਾ ਕਿ ਜੋ ਮਤੋਈ ਮੰਗ ਰਹੇ ਆ, ਜੋ ਕੁਝ ਮੰਗ ਰਹੇ, ਉਹਦੇ 'ਤੇ ਅਜੇ ਤੱਕ ਨਹੀਂ ਸਾਈਨ ਹੋਣਗੇ। ਕੇਂਦਰ ਉੱਤੇ ਰੁਕਿਆ ਪਿਆ ਹੈਗਾ। ਕੋਈ ਰਿਜ਼ਰਵੇਸ਼ਨ ਦਾ ਕੋਟਾ ਹੈਗਾ,
ਕੁਝ ਜਿਹੜੀ ਜ਼ਮੀਨ ਤੇ ਫਸਲਾਂ ਬੀਜਣ ਦਾ ਹੈਗਾ, ਕੁਝ ਪਹਾੜੀ ਏਰੀਆ ਹੈਗਾ, ਜਿਹੜੀ ਜ਼ਮੀਨ ਦੀ ਵੰਡ ਵੰਡਾਈ ਤੇ ਵੀ ਰੌਲਾ ਹੈਗਾ। ਜਿਸ ਤਰ੍ਹਾਂ ਕਿਸਾਨ ਇੱਕ ਦੂਜੇ ਨੂੰ ਮਾਰਦੇ ਆ, ਵੱਟ ਤੋਂ ਲੜਾਈ ਹੋ ਜਾਂਦੀ ਹੈ, ਪਾਣੀ ਤੋਂ ਲੜਾਈ ਹੋ ਜਾਂਦੀ ਹੈ, ਨੱਕੇ ਮੋੜਨ ਤੋਂ ਲੜਾਈ ਹੋ ਜਾਂਦੀ ਹੈ। ਇਹ ਵੀ ਉੱਥੇ ਇੱਕ ਹੈ। ਨੀਤੀ ਤਾਂ ਇੱਕੋ ਜਿਹੀ ਹੁੰਦੀ ਹੈ ਕਿਤੇ ਵੀ, ਜੋ ਪੰਜਾਬ ਹੋਵੇ ਜਾਂ ਉੱਥੇ ਅਸਾਮ ਹੋਵੇ ਜਾਂ ਬੰਗਾਲ ਹੋਵੇ ਜਾਂ ਬਿਹਾਰ ਹੋਵੇ, ਜਾਇਦਾਦ ਤੋਂ ਲੜਾਈ ਹੁੰਦੀ ਆ, ਡੰਡਾ ਸੋਟਾ ਚੱਲਦਾ ਹੈਗਾ। ਇਸੇ ਤਰ੍ਹਾਂ ਉੱਥੇ ਡੰਡਾ ਸੋਟਾ ਚੱਲਿਆ, ਪਰ ਕੁਝ ਹੱਦ ਤੱਕ ਹੋਣਾ ਚਾਹੀਦਾ, ਅਜੇ ਤੱਕ ਨਹੀਂ ਰੁਕਿਆ। ਪਰ ਜੇ ਤੁਸੀਂ ਲੜਨਾ ਡੰਡੇ ਸੋਟੇ ਨਾਲ ਲੜੋ, ਔਰਤਾਂ ਨੂੰ ਬੇਪਤ ਕਰਨ ਦੀ ਕੀ ਮਤਲਬ ਸੀਗਾ? ਜਿਹੜਾ ਤੁਸੀਂ ਇਹ ਇੱਕ ਬਹੁਤ ਗਲਤ ਜਿਹੜਾ ਐਟੀਟਿਊਡ ਤਰੀਕੇ ਨਾਲ ਕੀਤਾ, ਜਿੱਥੇ ਹਰ ਜਗ੍ਹਾ ਤੇ ਹਰ ਦੇਸ਼ ਵਿੱਚ ਲੋਕਾਂ ਨੇ ਇਸ ਚੀਜ਼ ਦੀ ਜਿਹੜੀ ਹੈਗੀ ਆ, ਉਹ ਲੋਕਾਂ ਨੇ ਇਸ ਚੀਜ਼ ਨੂੰ ਕਿਹਾ ਕਿ ਇਹ ਬੜੀ ਮਾੜੀ ਚੀਜ਼ ਹੈਗੀ ਆ, ਉਸ ਚੀਜ਼ ਨੂੰ ਨਿੰਦਿਆ। ਔਰ ਇਸ ਕਰਕੇ ਹੀ ਲੋਕ ਇਸ ਕਰਕੇ ਚਾਹੁੰਦੇ ਵੀ ਜਿਹੜਾ ਮਨੀਪੁਰ 'ਚ ਕੰਮ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ, ਕਿਉਂਕਿ ਬੇਪਤੀ ਕਰਨਾ ਜਿਹੜਾ ਹੈਗਾ ਬਹੁਤ ਗਲਤ ਗੱਲ ਹੈ। ਇਹ ਹੈ। ਔਰ ਇਸ ਨਾਲ ਤਾਂ ਵਾਕਈ ਭਾਰਤ ਦੀ ਇਮੇਜ ਦੇ ਉੱਤੇ ਸੱਟ ਵੱਜੀ ਹੈ ਕਿ ਜਿੱਥੇ ਅਸੀਂ ਵਿਸ਼ਵ ਗੁਰੂ ਹੋਣ ਦੀ ਗੱਲ ਕਰਦੇ ਹਾਂ ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਨਹੀਂ ਸਾਂਭ ਪੈਂਦੇ, ਔਰ ਇੰਨੀ ਦੇਰ ਤੋਂ ਬਾਅਦ ਫਿਰ ਤੋਂ ਉਹੀ ਚੀਜ਼ ਹੋ ਰਹੀ, ਹਿਸਟਰੀ ਰਿਪੀਟ ਹੋ ਰਹੀ ਹੈ। ਜਿੱਥੇ ਖੰਨਾ ਜੀ, ਜਿੱਥੇ ਕੇਂਦਰ ਸਰਕਾਰ ਜਿਹੜੀ ਕੇਂਦਰ ਦੇ ਕੰਟਰੋਲ ਕਰ ਰਹੀ ਆ, ਰਾਜ ਕਰ ਰਹੀ ਆ, ਉਹਨਾਂ ਦੀ ਹੀ ਸਰਕਾਰ, ਸੂਬਾ ਸਰਕਾਰ ਮਨੀਪੁਰ ਵਿੱਚ, ਜੇ ਆਪਣੇ ਸੂਬੇ ਵਿੱਚ ਆਪਣੇ ਹੀ ਮੁੱਖ ਮੰਤਰੀ, ਆਪਣੇ ਹੀ ਮੰਤਰੀ ਆਪਣੀ ਸਿਕਿਉਰਿਟੀ ਨਾਲ ਕੰਟਰੋਲ ਨਹੀਂ ਕਰ ਸਕੇ, ਬਾਈ ਦਾ ਵੇ ਹੋਰ ਕਿਸੇ ਸਟੇਟ 'ਚ ਹੋ ਜੇ ਜਿੱਥੇ ਆਪੋਜੀਸ਼ਨ ਬੈਠੀ ਆ, ਮੰਨ ਲਓ ਪੰਜਾਬ 'ਚ ਹੁੰਦਾ ਜਾਂ ਹੋਰ ਕਿਤੇ ਹੁੰਦਾ ਹੈ ਨਾ, ਛੋਟਾ ਮੋਟਾ ਕਤਲੋਗਾਰਤ ਹੁੰਦੀ ਆ, ਹੋ ਸਕਦੀ ਕਿਤੇ ਨਾ ਕਿਤੇ, ਉਦੋਂ ਇਹ ਸੈਂਟਰ ਗੌਰਮੈਂਟ ਕੀ ਕਰੂਗੀ? ਹਾਲਾਂਕਿ ਇਹਨਾਂ ਦਾ ਤਾਂ ਹੁਣ ਗਿਣਤੀ ਕਾਊਂਟਡਾਊਨ ਸ਼ੁਰੂ ਹੋ ਗਿਆ ਜਾਣ ਦਾ, ਔਰ ਉਹਦੇ ਵਿੱਚ ਚਲੋ ਆ ਵੀ ਸਕਦੇ ਦੁਬਾਰਾ, ਹੈ ਨਾ, ਨਹੀਂ ਵੀ ਆ ਸਕਦੇ, ਇਹ ਤਾਂ ਲੋਕਾਂ 'ਤੇ ਡਿਪੈਂਡ ਕਰਦਾ, ਉਹਨਾਂ 'ਤੇ ਨਿਰਭਰ ਕਰਦਾ। ਪਰ ਜਿੱਥੇ ਇਹਨਾਂ ਦੀ ਆਪਣੀ ਸਰਕਾਰ, ਉੱਥੇ ਇਹਨਾਂ ਨੇ ਕੀ ਕੰਟਰੋਲ ਕਰਕੇ ਦਿਖਾਤਾ? ਕਦੋਂ ਤੱਕ ਇਹ ਮਾਮਲਾ ਵੱਧਦਾ ਜਾ ਰਿਹਾ? ਔਰ ਹਰਿਆਣਾ ਨੂੰ ਦੇ ਵਿੱਚ ਵੀ ਤਾਂ ਜਿਹੜੀ ਘਟਨਾ ਹੋਈ, ਉੱਥੇ ਵੀ ਤੇ ਆਪਣੀ ਸਰਕਾਰ ਹੈ। ਆਪਣੀ ਸਰਕਾਰ, ਬਿਲਕੁਲ ਸਹੀ ਗੱਲ। ਸੋ ਆਪਾਂ ਅੱਗੇ ਵਧੀਏ, ਕਿਉਂਕਿ ਕ੍ਰਿਟਿਸਿਜ਼ਮ ਕਿਸੇ ਵੀ ਟਾਈਪ ਦਾ ਹੋ ਸਕਦਾ ਹੈ ਔਰ ਸ਼ਲਾਘਾ ਵੀ ਕਿਸੇ ਵੀ ਟਾਈਪ ਦੀ ਹੋ ਸਕਦੀ ਹੈ, ਬਟ ਗੱਲ ਇਹ ਹੈ ਕਿ ਦੇਸ਼ ਨੂੰ, ਦੇਸ਼ ਵਾਸੀਆਂ ਨੂੰ ਕੀ ਫਾਇਦਾ ਤੇ ਕੀ ਨੁਕਸਾਨ। ਬਿਲਕੁਲ। ਹੁਣ ਔਰਤ ਦੀ ਬੇਪਤੀ ਦੀ ਗੱਲ ਹੈ, ਇਹ ਰੱਬ ਕਰੇ ਕਿ ਹੁਣ ਇਹ ਕਿਤੇ ਵੀ ਵਾਕਿਆ ਨਾ ਹੋਣ, ਕਿਤੇ ਵੀ ਨਾ ਹੋਣ ਦੇਸ਼ ਦੇ ਵਿੱਚ, ਬਲਕਿ ਪੂਰੀ ਦੁਨੀਆ ਦੇ ਵਿੱਚ ਵੀ ਇਹ ਮੂਰਖਤਾਵਾਂ ਨਾ ਹੋਣ। ਔਰਤ ਦੀ ਇੱਜ਼ਤ ਕਰੋ, ਔਰ ਇੰਡੀਆ ਦੇ ਵਿੱਚ ਤੇ ਖਾਸ ਕਰਕੇ ਸਾਨੂੰ ਧਿਆਨ ਦੇਣਾ ਚਾਹੀਦਾ, ਕਿਉਂਕਿ ਗੱਲਾਂ ਨਾਲ ਵਿਸ਼ਵ ਗੁਰੂ ਨਹੀਂ ਬਣ ਜਾਣਾ। ਜ਼ਰੂਰ, ਗੱਲਾਂ ਦੇ ਕੜਾ ਨਾਲ ਕੁਝ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਔਰ ਸੱਚਮੁੱਚ ਅੱਗੇ ਹੁਣ ਆਪਾਂ ਚੱਲੀਏ, ਔਰ ਇੱਥੇ ਇੱਕ ਬਹੁਤ ਇੱਕ ਦਿਲ ਨੂੰ ਸੱਟ ਮਾਰਨ ਵਾਲੀ ਗੱਲ ਹੈ। ਸ਼ਹੀਦ ਭਗਤ ਸਿੰਘ ਯੁਵਾ ਐਵਾਰਡਾਂ ਦੀ ਵੰਡ ਨੂੰ ਹਾਈ ਕੋਰਟ ਵਿੱਚ ਚੁਣੌਤੀ। ਹੁਣ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਵੀ ਚੁਣੌਤੀਆਂ ਹੋਣ ਲੱਗ ਪਈਆਂ ਨੇ ਹਾਈ ਕੋਰਟ ਦੇ ਵਿੱਚ। ਇਹ ਜਦੋਂ ਸਰਕਾਰ ਆਈ ਹੈ, ਇਹਨਾਂ ਪਹਿਲਾਂ ਹੀ ਕਹਿਤਾ ਸੀਗਾ 28 ਸਤੰਬਰ ਨੂੰ ਭਗਵੰਤ ਮਾਨ ਨੇ ਕਹਿਤਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ 29 ਅਵਾਰਡ ਦੇਵਾਂਗੇ ਜਿਹਦੇ ਵਿੱਚ ਜਿਹਨਾਂ ਦੀ ਕੰਟਰੀਬਿਊਸ਼ਨ ਆ, ਔਰ ਹਰ ਜ਼ਿਲ੍ਹੇ ਦੇ ਵਿੱਚੋਂ ਉਹਨਾਂ ਦੀ ਮੰਗੀ ਜਾਏਗੀ ਫਰਿਸ਼ਤ, ਉਹਨਾਂ ਦਾ ਬਾਇਓਡਾਟਾ ਮੰਗਿਆ ਜਾਊਗਾ, ਔਰ ਯੁਵਾ ਵਿਭਾਗ ਜਿਹੜਾ ਹੈਗਾ ਡਿਪਾਰਟਮੈਂਟ ਪੰਜਾਬ ਦਾ, ਉਹਦੀ ਡਿਊਟੀ ਲਾਈ ਗਈ ਸੀ। ਉਹਨਾਂ ਨੇ ਸਾਰੇ ਐਡਵਰਟਾਈਜ਼ਮੈਂਟ ਕੀਤੇ, ਔਰ ਉਹਦੇ ਵਿੱਚ ਚੌਂਕਾਂ ਚੌਰਾਹਿਆਂ 'ਤੇ ਐਡਵਰਟਾਈਜ਼ਮੈਂਟ ਲਾਤੀ, ਔਰ ਅਖਬਾਰਾਂ 'ਚ ਵੀ ਆ ਗਿਆ। ਔਰ ਜਦੋਂ ਉਹਨਾਂ ਦਾ ਬਾਇਓਡਾਟਾ ਮੰਗਿਆ ਗਿਆ ਮੁੰਡਿਆਂ ਦਾ, ਉਹ ਆ ਗਿਆ ਸੀ ਮੁੰਡਾ, ਸਾਰਾ ਕੁਝ ਉਹਨਾਂ ਦਾ ਬਾਇਓਡਾਟਾ ਪਹੁੰਚ ਗਿਆ ਸੀ ਸਰਕਾਰ ਕੋਲੋਂ, ਜਿਹਦੇ ਵਿੱਚ ਇਹ ਰੋਪੜ ਤੋਂ ਸਤਨਾਮ ਸਿੰਘ ਹੈ ਜਿਨ੍ਹਾਂ ਨੇ ਜਾਚਕਾ ਦਾਇਰ ਕੀਤੀ, ਉਹਦੇ ਨਾਲ ਉਮੀਦਵਾਰ ਵੀ ਹੈ ਜਿਹੜੇ ਇਹਦੇ ਵਿੱਚ ਆਪਣਾ ਅਵਾਰਡ ਲੈਣ ਦੇ ਯੋਗ ਸੀਗੇ। ਜਦੋਂ ਇਹਨਾਂ ਨੇ ਉਹ ਕੀਤਾ ਅਵਾਰਡ ਦੇ ਲਈ, ਉਹਦੇ ਵਿੱਚ ਕੁਝ ਪੇਮੈਂਟ ਵੀ ਸੀਗੀ, ਔਰ ਉਹਦੇ ਵਿੱਚ ਨਾਲ ਟੋਕਨ ਵੀ ਸੀਗੇ ਅੱਛੇ, ਜਿਹੜੇ ਉਹਨਾਂ ਦੀ ਬਾਇਓਗ੍ਰਾਫੀ ਨਾਲ ਰਿਲੇਟਡ ਹੈ ਸੀਗੇ। ਜਦੋਂ ਸਾਰਾ ਕੁਝ ਗਿਆ, ਉਹਨਾਂ ਨੇ ਜਦੋਂ ਅਵਾਰਡ ਦਿੱਤੇ ਆ, ਉਹਦੇ ਵਿੱਚ ਜਿਹੜੇ 6 ਮੁੰਡਿਆਂ ਨੂੰ ਦਿੱਤੇ ਆ, ਔਰ ਬਾਕੀ ਮੁੰਡੇ ਆ ਜੇ ਉਸੇ ਤਰ੍ਹਾਂ ਬੈਠੇ ਰਹੇ, ਉਹਨਾਂ ਨੂੰ ਕੁਝ ਨਹੀਂ ਦਿੱਤਾ ਉਹਨਾਂ ਨੂੰ। ਉਹ ਵਿਚਾਰੇ ਉਡੀਕ ਦੇ ਕਰਦੇ ਰਹੇ ਕਿ ਸ਼ਾਇਦ ਸਾਨੂੰ ਦੂਜੀ ਵਾਰ ਮਿਲ ਜੂਗਾ। ਜਦੋਂ ਕਿ ਹੁਣ ਐਨ 28 ਸਤੰਬਰ ਨੂੰ ਫਿਰ ਸ਼ਹੀਦੀ ਦਿਵਸ ਉਹਨਾਂ ਦਾ ਆ ਰਿਹਾ, ਸਰਦਾਰ ਭਗਤ ਸਿੰਘ ਜੀ ਦਾ, ਉਸ ਐਨ ਮੌਕੇ 'ਤੇ ਜਾਚਕਾ ਜਿਹੜੀ ਹਾਈ ਕੋਰਟ 'ਚ ਦਾਇਰ ਸੀਗੀ, ਉਹਦੀ ਸੁਣਵਾਈ ਵੀ ਹੋ ਗਈ, ਔਰ ਉਹਦੇ ਵਿੱਚ ਸਰਕਾਰ ਨੂੰ ਨੋਟਿਸ ਵੀ ਚਲੇ ਗਿਆ ਕਿ ਤੁਸੀਂ ਦੱਸੋ ਕੀ ਕੀਤਾ, ਤੁਸੀਂ ਜਿਹਦੇ ਵਿੱਚ ਯੋਗ ਉਮੀਦਵਾਰ ਹੈ, ਤੁਸੀਂ ਅਨਾਉਂਸ ਕੀ ਕੀਤਾ, ਔਰ ਐਡ 'ਤੇ ਪੈਸਾ ਕਿੰਨਾ ਖਰਾਬ ਕੀਤਾ, ਔਰ ਉਦੋਂ ਬਾਅਦ ਇੰਪਲੀਮੈਂਟ ਕੀਤਾ ਤੇ ਥੋੜ੍ਹੇ ਮੁੰਡਿਆਂ ਨੂੰ ਦੇ ਦਿੱਤਾ, ਬਾਕੀਆਂ ਨੂੰ ਕਿਉਂ ਨਹੀਂ ਦਿੱਤਾ? ਪਰ ਜਿਹੜੇ ਮੁੰਡੇ ਆਏ ਵੀ ਆ, ਉਹਦੇ ਵਿੱਚ ਵੀ ਸਿਫਾਰਿਸ਼ ਹੈਗੀਆਂ, ਉਹਦੇ ਵਿੱਚ ਵੀ ਕਈ ਕੁਛ ਹੈਗਾ। ਇਹ ਦੇਖ ਲਓ, ਦੇਖੋ ਸ਼ਹੀਦਾਂ ਦੇ ਨਾਂ 'ਤੇ ਕੀ ਕੁਛ ਹੁੰਦਾ। ਸਰਕਾਰ ਜਿਹੜੀ ਕਾਂਗਰਸ ਆ, ਪਹਿਲਾਂ ਉਹਨਾਂ ਨੇ ਸ਼ੁਰੂ ਕੀਤਾ, ਉਹਨਾਂ ਨੇ ਬੰਦ ਹੀ ਕਰਤਾ। ਅਕਾਲੀ ਸਰਕਾਰ ਵੇਲੇ ਥੋੜ੍ਹਾ ਬਹੁਤ ਹੋਇਆ, ਉਸ ਤੋਂ ਬਾਅਦ ਹੋਇਆ ਹੀ ਨਹੀਂ। ਹੁਣ ਉਹੀ ਸਾਰੇ ਦਾ ਸਾਰਾ ਰਿਪੀਟ ਆਪ ਸਰਕਾਰ ਦੇ ਕੋਲ ਹੋ ਗਿਆ ਕਿ ਜਿਹੜਾ ਕੁਝ ਕੀਤਾ, ਜਿਹੜੇ ਤੇ ਮੁੰਡਿਆਂ ਨੂੰ ਉਮੀਦਵਾਰਾਂ ਨੂੰ ਦੇਣਾ, ਉਹਨਾਂ ਨੂੰ ਪੂਰਿਆਂ ਨੂੰ ਦਿੱਤੇ ਹੀ ਨਹੀਂ। ਜਿਨ੍ਹਾਂ ਨੂੰ ਦਿੱਤੇ ਆ ਉਹ ਉਮੀਦਵਾਰ ਹੈ ਵਿੱਚ ਹੈ ਜਾਂ ਨਹੀਂ ਹੈਗੇ, ਹੈ ਨਾ, ਉਹਦੇ ਵਿੱਚ ਅਨਾਉਂਸ ਜਿਹਨੇ ਕੀਤੇ ਆ।
ਇਹ ਰਲ ਗੋਬਾ ਇਹਦੇ ਵਿੱਚ ਜੋ ਦੋਸ਼ ਲਾਇਆ ਗਿਆ ਇਹਨਾਂ 'ਤੇ ਜਾਚਕਾ 'ਚ ਉਹ ਹੁਣ ਇਹਨਾਂ ਨੂੰ ਜਵਾਬ ਦੇਣਾ ਪਊਗਾ ਕੀ ਹੈਗਾ। ਜਿਸ ਤਰ੍ਹਾਂ ਇਹਨਾਂ ਨੇ ਪੰਚਾਇਤਾਂ ਦੀ ਜਿਹੜੀ ਭੰਗ ਕਰਤੀਆਂ, ਆਉਣ ਵਾਲੇ ਸਮੇਂ ਤੋਂ ਪਹਿਲਾਂ ਭੰਗ ਕਰ ਦਿੱਤੀਆਂ, ਉਹਦੇ ਵਿੱਚ 2 IAS ਅਫੀਸਰ ਸਸਪੈਂਡ ਕਰ ਦਿੱਤੇ ਔਰ ਉਦੋਂ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਜਿਹੜੇ IAS ਅਫੀਸਰ ਆ ਉਹਨਾਂ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਕਰੈਕਟ ਨਹੀਂ ਦਿੱਤੀ। ਭਲੇ ਉਹ ਮਾਨਸੋ, ਤੁਹਾਨੂੰ ਉਹਨਾਂ ਨਾਲ ਮੀਟਿੰਗ ਰੱਖਣੀ ਚਾਹੀਦੀ ਹੈ, ਪੁੱਛਣਾ ਚਾਹੀਦਾ, ਰਿਟਰਨ ਲੈਣਾ ਚਾਹੀਦਾ, ਮਿੰਟਸ ਹੁੰਦੇ ਮੀਟਿੰਗ ਦੇ, ਉਹ ਵੇਖਣੇ ਚਾਹੀਦੇ ਕੀ ਕੁਝ ਲਿਖਦੇ ਆ, ਕੀ ਕੁਝ ਕਰਦੇ ਆ। ਵਰਬਲ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਮਾਗਮ ਨਹੀਂ ਹੁੰਦੇ ਔਰ ਇਹਨਾਂ 'ਚ ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਇਹਦੇ ਵਿੱਚ ਲੋਕ ਉਡੀਕਦੇ ਆ ਉਹਨਾਂ ਗੱਲਾਂ ਨੂੰ। ਤੁਸੀਂ ਕਹਿੰਦੇ ਕੁਝ ਜੇ ਕਰਦੇ ਕੁਝ। ਇਹ ਸ਼ਹੀਦਾਂ ਦੇ ਨਾਂ 'ਤੇ ਫਿਰ ਉਹੀ ਹੈਗਾ ਕਿ ਜਦੋਂ ਸ਼ਹੀਦ ਦਾ ਰੁਤਬਾ ਐਡਾ ਵੱਡਾ ਔਰ ਐਡਾ ਮੁਕੰਮਲ ਹੁੰਦਾ ਜਿਹਦੇ ਵਿੱਚ ਤੁਹਾਡੇ ਨਿੱਜੀ ਸਵਾਰਥ ਲੁਕੇ ਹੁੰਦੇ ਆ ਕਿ ਇਹਨੂੰ ਦੇ ਦਿਓ ਉਹਨੂੰ ਨਾ ਦਿਓ, ਜਾਂ ਤਾਂ ਦਿਓ ਹੀ ਨਾ, ਜੇ ਦਿੰਦੇ ਤੇ ਬਰਾਬਰ ਦਿਓ ਯੂਥ ਨੂੰ ਜਿਨ੍ਹਾਂ ਨੇ ਕੰਮ ਕੀਤਾ। ਆਉਣ ਵਾਲੇ ਸਮੇਂ ਵਿੱਚ ਇਹਨਾਂ ਦੇ ਹੱਥ ਵਿੱਚ ਹੀ ਵਾਗਡੋਰ ਹੋਣਗੀਆਂ, ਕੇਵਲ ਭਗਵੰਤ ਮਾਨ ਦੇ ਵਿੱਚ ਨਹੀਂ ਰਹਿਣੀ, ਇਹ ਮੁੰਡੇ ਜਿਹੜੇ ਹੈਗੇ ਇਹਨਾਂ ਵੀ ਲੈਣਾ। ਔਰ ਜਿਸ ਬੋਟਮ ਲਾਈਨ ਤਾਂ ਇਹ ਹੈ ਸਰ ਕਿ ਸ਼ਹੀਦਾਂ ਨੂੰ ਤਾਂ ਬਖਸ਼ ਦਿਓ। ਬਿਲਕੁਲ ਸਹੀ ਗੱਲ। ਹਾਂ, ਆਪਾਂ ਅੱਗੇ ਵਧੀਏ। ਜ਼ਰੂਰ। ਕੇਜਰੀਵਾਲ ਸਾਹਿਬ ਦਾ ਹੁਣ ਪੰਜਾਬ ਦਾ 3 ਦਿਨਾਂ ਦਾ ਦੌਰਾ ਹੈ ਜੀ। ਹੁਣ ਦੇਖੋ ਕੀ ਨਵਾਂ ਹੁੰਦਾ। ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਇਨਵੈਸਟਮੈਂਟਸ ਹੋਣ, ਪੰਜਾਬ ਦੀ ਇੰਡਸਟਰੀ ਵਧੇ, ਇਸ ਕਰਕੇ ਸਨਅਤਕਾਰਾਂ ਨੂੰ ਇਕੱਠਾ ਕਰ ਰਹੇ ਹਾਂ ਅਸੀਂ। ਤਮਾਮ ਗੱਲਾਂ ਹੋ ਰਹੀਆਂ ਨੇ ਔਰ ਬਾਹਰੋਂ ਵੀ ਇਨਵੈਸਟਮੈਂਟ ਦੀ ਤਵੱਕੋ ਰੱਖਦੇ ਨੇ ਕਿ ਬਾਹਰੋਂ ਵੀ ਇਨਵੈਸਟਮੈਂਟ ਹੋਏਗੀ, ਇਹ ਵੀ ਐਕਸਪੈਕਟ ਕੀਤਾ ਜਾ ਰਿਹਾ। ਹਾਂ, ਕੇਜਰੀਵਾਲ ਸਾਹਿਬ ਅੱਜ ਪਹੁੰਚ ਗਏ ਆ ਔਰ ਦਿੱਲੀ ਤੋਂ ਆ ਕੇ ਰਵਾਨਾ ਹੋ ਕੇ, ਔਰ ਇਹਦੇ ਵਿੱਚ ਮੇਨ ਜਿਹੜੀ ਗੱਲ ਹੈਗੀ ਆ ਉਦਘਾਟਨ ਕਰਨੇ ਉਹਨਾਂ ਨੇ 117 ਐਮੀਨੈਂਸ ਸਕੂਲ ਜਿਹੜੇ ਆ ਰਹੇ ਆ। ਔਰ ਪਹਿਲਾ ਸਕੂਲ ਅੰਮ੍ਰਿਤਸਰ 'ਚ ਰਣਜੀਤ ਨਗਰ, ਉਹਦੀ ਜਿਹੜੀ ਉਦਘਾਟਨ ਆ ਔਰ ਉਹਦਾ ਜਿਹੜਾ ਉਦਘਾਟਨ ਕਰਨ ਤੋਂ ਪਰਦਾ ਖਿੱਚਣਾ ਇਹਨਾਂ ਨੇ ਕੇਜਰੀਵਾਲ ਸਾਹਿਬ ਕਰ ਰਹੇ ਆ, ਭਗਵੰਤ ਮਾਨ ਦੋਵੇਂ ਕਰ ਰਹੇ ਆ। ਔਰ 117 ਸਕੂਲਾਂ ਦੇ ਵਿੱਚ ਸਿਲੇਬਸ ਬਹੁਤ ਅੱਛੇ ਦਿੱਤੇ ਇਹਨਾਂ ਨੇ ਔਰ ਉਹਦੇ ਵਿੱਚ ਟੀਚਰ ਵੀ ਅੱਛੇ ਲਾਤੇ ਆ, ਇਮਾਰਤ ਬਹੁਤ ਵਧੀਆ ਬਣਾਤੀਆਂ ਔਰ ਮੈਕਸਿਮਮ 117 ਸਕੂਲਾਂ ਦਾ ਬਜਟ ਬਹੁਤ ਵੱਡਾ ਬਜਟ ਆ ਔਰ ਪੈਸਾ ਜਿਹੜਾ ਹੈਗਾ ਸਰਕਾਰ ਵੱਲੋਂ ਲਾਉਣਾ ਅੱਛੀ ਗੱਲ ਹੈ। ਵਿਦਿਆ ਦਾ ਜਿਹੜਾ ਪੱਧਰ ਉੱਚਾ ਚੁੱਕਣ ਲਈ ਅੱਛੀ ਗੱਲ ਹੈਗੀ ਆ। ਪਰ ਦੂਜੀ ਗੱਲ ਜਿਹੜੀ ਲੌਜਿਕ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਟੀਚਰ ਨੇ ਫਿਰ ਤਾਂ ਉਹੀ ਹੈ, ਜੇ ਬਾਹਰੋਂ ਗਏ ਆ, ਬਾਹਰ ਸਿੰਗਾਪੁਰ ਔਰ ਬਾਹਰਲੇ ਦੇਸ਼ਾਂ 'ਚ ਗਏ ਆ, ਥਾਈਲੈਂਡ ਗਏ ਆ, ਉਹ ਤਾਂ ਹੈੱਡ ਟੀਚਰ ਗਏ ਆ, ਉਹ ਤਾਂ ਪੜ੍ਹਾਉਂਦੇ ਹੀ ਨਹੀਂ ਗਏ। ਪ੍ਰਿੰਸੀਪਲ ਬਹੁਤ ਘੱਟ ਪੜ੍ਹਾਉਂਦਾ, ਹੈੱਡ ਮਾਸਟਰ ਬਹੁਤ ਘੱਟ ਪੜ੍ਹਾਉਂਦਾ, ਹੈੱਡ ਮਿਸਟਰਸ ਬਹੁਤ ਘੱਟ ਪੜ੍ਹਾਉਂਦੀ, ਉਹਨੂੰ ਕੋਈ ਐਡਮਿਨਿਸਟ੍ਰੇਸ਼ਨ ਹੈਗਾ, ਟਾਈਮ ਟੇਬਲ ਬਣਾਉਣ ਦਾ ਉਹਨਾਂ ਕੋਲ ਹੈਗਾ, ਪੜ੍ਹਾਉਣਾ ਤਾਂ ਟੀਚਰਾਂ ਨੇ ਹੈਗਾ। ਔਰ ਉਹਦੇ ਵਿੱਚ ਹੈ ਤਾਂ ਪੰਜਾਬ ਦੇ ਹੀ ਆ ਔਰ ਬਹੁਤ ਅੱਧੇ ਟੀਚਰ ਤਾਂ ਵਿਹਲੇ ਫਿਰ ਰਹੇ ਆ ਜਿਨ੍ਹਾਂ ਨੂੰ ਬਹੁਤੀਆਂ ਨਹੀਂ ਮਿਲੀਆਂ। ਔਰ 36 ਤਰ੍ਹਾਂ ਦੇ ਟੈਸਟ ਇਹਦੇ 'ਤੇ, ਪਹਿਲਾਂ B.Ed ਟੈਸਟ ਉਹਨਾਂ B.Ed ਕਰਨਾ, ਪਾਸ ਕਰਨੀ ਆ, ਜਿੱਥੇ 1 ਸਾਲ ਦੀ B.Ed ਹੈ, M.Ed ਆ ਔਰ ਉਹਦੇ 'ਤੇ ਬਾਕੀ ਸਪੈਸ਼ਲਾਈਜੇਸ਼ਨ ਹੈਗੀਆਂ, ਫਿਜ਼ੀਕਲ ਐਜੂਕੇਸ਼ਨ ਦੀਆਂ ਜਿਹੜੀਆਂ ਹੈਗੀਆਂ ਉਹ ਹੈਗੀਆਂ। ਉਹ ਮੁੰਡੇ 12ਵੀਂ ਕਰਕੇ ਆਉਂਦੇ, ਇੱਥੋਂ ਹੀ ਆਉਂਦੇ ਆ। ਉਹ ਟੀਚਰ ਜਦੋਂ ਲਾਉਂਦੇ ਆ ਉਹਨਾਂ ਨੂੰ ਇੱਕ ਮੈਥਡ ਆਫ ਟੀਚਿੰਗ ਦਾ ਦੱਸਿਆ ਜਾਂਦਾ। ਹੁਣ ਉਹ ਟੀਚਿੰਗ ਮੈਥਡ ਤਾਂ ਉਹੀ ਹੈ ਸਾਰਾ ਕੁਝ। ਫਿਰ ਨਵੇਂ ਸਕੂਲ ਬਣਾਉਣ ਦਾ, ਇਮਾਰਤਾਂ ਵੱਡੀਆਂ ਖੜੀਆਂ ਕਰਨ ਨਾਲ ਕੁਝ ਨਹੀਂ ਬਣਦਾ। ਜਿਸ ਤਰ੍ਹਾਂ ਇਹਨਾਂ ਨੇ ਨਵੇਂ ਹਸਪੀਟਲ ਬਣਾਉਂਦੇ ਸੀਗੇ, ਉਹਦੇ ਵਿੱਚ ਜਿਹੜੇ ਵੀ ਹਸਪੀਟਲ ਬਣਾਏ ਆ, ਮੁਹੱਲਾ ਹਸਪੀਟਲ, ਡਾਕਟਰ ਤਾਂ ਫਿਰ ਉਹੀ ਸਾਡੇ ਹੈਗੇ, ਬਿਲਡਿੰਗਾਂ ਫਿਰ ਉਹੀ ਹੈਗੀਆਂ। ਸਿਰਫ ਐਲਾਨਨਾਮੇ ਨਹੀਂ ਗੱਲਾਂ ਕਰਦੇ, ਪ੍ਰੈਕਟੀਕਲ ਤੌਰ 'ਤੇ ਲੋਕ ਕੀ ਕਹਿੰਦੇ ਆ, ਲੋਕ ਫਿਰ ਉਹਨੇ ਬਿਮਾਰ ਹੈਗੇ ਆ। ਉਸੇ ਤਰ੍ਹਾਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਹੈਗਾ ਜਾ ਕੇ। ਡਾਕਟਰ ਨਰਸਾਂ ਜਿਹੜੀਆਂ ਆਇਆ ਸਾਰੀਆਂ ਉੱਥੇ ਉਹੋ ਜਿਹੀਆਂ ਹੀ ਹੈਗੀਆਂ। ਫਿਰ ਲੋਕ ਵਿਚਾਰੇ ਬਹੁਤ ਵਾਰੀ ਨਿਊਜ਼ ਇਹ ਸੁਣੀ ਹੈ ਕਿ ਬੱਚੇ ਜਿਹੜੇ ਸੜਕਾਂ 'ਤੇ ਪੈਦਾ ਹੋ ਰਹੇ ਆ, ਜਦੋਂ ਉਹਨਾਂ ਦੀ ਡਿਲੀਵਰੀ ਪੇਨ ਹੁੰਦੀ ਹੈ ਉਹਨੂੰ ਤੱਕ ਵੇਖਿਆ ਨਹੀਂ ਜਾਂਦਾ। ਇਹ ਚੀਜ਼ਾਂ ਵੀ ਲੋਕਾਂ ਦੀਆਂ ਸੁਣੋ। ਇਹ ਨਹੀਂ ਇਹ ਕਹੀ ਜਾਓ ਕਿ ਇੰਨਾ ਕੁਝ ਅਸੀਂ ਬਣਾਉਂਦਾ, ਪਰ ਉਹਦਾ ਵਿਵਹਾਰਕ ਤੌਰ 'ਤੇ ਉਹਦਾ ਫਾਇਦਾ ਕੀ ਹੋਇਆ ਲੋਕਾਂ ਨੂੰ। ਹੁਣ 117 ਸਕੂਲ ਆ ਗਿਆ, ਇਹਦੇ ਵਿੱਚ ਜਿਹੜੇ ਵੀ ਸਿੱਖਿਆ ਸ਼ਾਸਤਰੀ ਨੇ ਉਹਨਾਂ ਨੇ ਕਿਹਾ ਹੈਗਾ ਕਿ ਉਹਨਾਂ ਦੇ ਬਿਆਨ ਹੈ ਕਿ ਜਿੰਨੇ ਟੀਚਰ ਹੈਗੇ ਆ ਉਹ ਸਾਰੇ ਤਾਂ ਪੰਜਾਬ ਦੇ ਹੀ ਆ। ਉੱਥੋਂ ਹੀ ਉਹਨਾਂ ਨੇ B.Ed ਕੀਤੀ, ਕਿਸੇ ਨੇ ਗੁਰੂ ਨਾਨਕ ਯੂਨੀਵਰਸਿਟੀ ਤੋਂ, ਕਿਸੇ ਨੇ ਪੰਜਾਬ ਯੂਨੀਵਰਸਿਟੀ ਤੋਂ, ਕਿਸੇ ਨੇ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ, ਉਹਨਾਂ ਯੂਨੀਵਰਸਿਟੀਆਂ ਆਰਗੇਨਾਈਜ਼ ਕਰਦੀਆਂ, ਉਹੀ ਉੱਥੇ B.Ed ਹੁੰਦਾ। ਉੱਥੇ ਜਿਹੜੀ ETT ਨਾਲ ਹੁੰਦਾ, ਜਿਹੜੇ ਇਹਦੇ ਐਜੂਕੇਸ਼ਨ ਨਾਲ ਰਿਲੇਟਡ ਹੈਗਾ। ਅਤੇ ਇਹਨਾਂ ਨੂੰ ਪੁੱਛੇ ਵੀ ਭਲਿਓ ਮਾਨਸੋ, ਟੀਚਰ ਵੀ ਉਹੀ ਹੈ, ਬੱਚੇ ਵੀ ਉਹੀ ਪੜ੍ਹਨ ਵਾਲੇ, ਅਤੇ ਕੀ ਨਵੀਂ ਗੱਲ ਕੀਤੀ ਹੈ? ਕਿਉਂ ਨਾ ਜਾਣ ਬੱਚੇ ਮੁੜ ਕੇ ਬਾਹਰ? ਸਾਰਾ ਪੰਜਾਬ ਤਾਂ ਵਿਹਲਾ ਹੋ ਗਿਆ ਅਤੇ ਪੜ੍ਹਾਉਣਾ ਤੁਸੀਂ ਕੰਧਾਂ ਨੂੰ ਹੈਗਾ। ਹਰ ਵਾਰੀ ਕਿੰਨੇ ਮੁੰਡੇ ਜਾ ਰਹੇ ਔਰ ਸਾਰੇ 12ਵੀਂ ਤੋਂ ਬਾਅਦ ਵੈਸੇ ਨਿਕਲ ਰਹੇ ਆ, ਸਕੂਲ ਕਾਲਜ ਵਿਹਲੇ ਹੈਗੇ ਆ। ਤੁਸੀਂ ਨਵੀਆਂ ਜਿਹੜੀਆਂ ਇਮਾਰਤਾਂ ਬਣਾ ਕੇ ਪੈਸਾ ਬਰਬਾਦ ਕਰ ਰਹੇ ਸਾਲ ਤੋਂ ਉੱਤੇ ਹੋ ਗਿਆ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ। ਪਹਿਲਾਂ ਚੱਲਦਾ ਰਿਹਾ ਹਨੀਮੂਨ ਪੀਰੀਅਡ। ਹੁਣ ਕਿੰਨਾ ਕੁ ਹਨੀਮੂਨ ਬਣਾਉਣਾ ਹੈ? ਹੋ ਗਿਆ ਹਨੀਮੂਨ। ਹੁਣ ਕੀ ਹੈ? ਇੰਡਸਟਰੀਅਲ ਪਾਲਿਸੀ ਤੁਹਾਡੇ ਕੋਲ ਨਹੀਂ, ਐਗਰੀਕਲਚਰ ਪਾਲਿਸੀ ਤੁਹਾਡੇ ਕੋਲ, ਸਲਾਹਕਾਰ ਘੱਟ ਆ, ਉਹੀ ਹੈ। ਠੀਕ ਹੈ। ਖਜ਼ਾਨਾ ਜੋ ਹਾਲਤ ਹੈ, ਐਡਵਰਟੀਜ਼ਮੈਂਟ खूब हो रही है। ਹੁਣ ਕੇਜਰੀਵਾਲ ਸਾਹਿਬ ਆਏ ਨੇ, ਥਾਂ ਤੇ ਪੋਸਟਰ ਲੱਗੇ ਹੋਏ ਨੇ, ਇਹ ਪੈਸਾ ਨਹੀਂ ਲੱਗਦਾ ਪਿਆ? ਜ਼ਰੂਰ। ਉਸ ਤੋਂ ਬਾਅਦ ਨਸ਼ਿਆਂ ਦਾ ਦੌਰ, ਅੱਜ ਦਿਨ ਅਸੀਂ ਕਹਿੰਦੇ ਹਾਂ ਪੁਲਿਸ ਨਾਲ ਮਿਲ ਕੇ ਸਾਰੀ ਮੁਹਿੰਮ ਚੱਲਦੀ ਪਈ, ਪਿੰਡ ਵਾਸੀ ਮੁਹਿੰਮ ਚਲਾਉਂਦੇ ਪਏ ਨੇ, ਇਹ ਸਾਰੀਆਂ ਗੱਲਾਂ ਹੁੰਦੀਆਂ ਨੇ। ਵਿਦੇਸ਼ ਜਾਈ ਜਾ ਰਹੇ ਨੇ ਸਾਡੇ ਨੌਜਵਾਨ ਪੀੜ੍ਹੀ। ਸਹੀ ਗੱਲ। ਇਹ ਤਮਾਮ ਤਰ੍ਹਾਂ, ਹਰ ਤਰ੍ਹਾਂ ਅਸੀਂ ਸਮੱਸਿਆਵਾਂ 'ਚੋਂ ਘਿਰੇ ਪਏ ਹਾਂ ਔਰ ਸੈਂਟਰ ਨਾਲ ਸਾਡੇ ਰਿਲੇਸ਼ਨਸ
ਔਰ ਹੁਣ ਜਾ ਕੇ ਕੇਜਰੀਵਾਲ ਸਾਹਿਬ ਜਦੋਂ ਆਉਣਗੇ ਉਹਦਾ ਹੁਣ ਦੇਖੋ ਕੀ ਰਿਜ਼ਲਟ ਨਿਕਲਣਾ ਹੈ। ਪਰ ਇੱਕ ਗੱਲ ਥੋੜੀ ਚੰਗੀ ਅਸੀਂ ਮੰਨਦੇ ਹਾਂ ਕਿ ਜਿਹੜੇ ਗਵਰਨਰ ਸਾਹਿਬ ਨਾਲ ਸੰਬੰਧ ਸੀਐਮ ਸਾਹਿਬ ਦੇ ਥੋੜੇ ਸੁਖਾਵੇਂ, ਕਿਉਂਕਿ ਪਹਿਲਾਂ ਤਾਂ ਉਹ ਵੀ ਬੜੀ ਖਿੱਚਾਤਾਨੀ ਚੱਲਦੀ ਰਹੀ। ਇਹ ਕੁੱਲ ਮਿਲਾ ਕੇ ਜੋ ਹਾਲਤ ਬਣੀ ਹੋਈ ਹੈ, ਹੁਣ ਕੇਜਰੀਵਾਲ ਸਾਹਿਬ ਦੇ ਬਾਰੇ ਐਕਸਪਰਟਸ ਇਹ ਮੰਨਦੇ ਨੇ ਕਿ ਉਹਨਾਂ ਦੇ ਅੰਦਰ ਇੱਕ ਸੁਪਨਾ ਹੈ ਕਿ ਉਹ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਨਾ ਚਾਹੁੰਦੇ ਨੇ। ਹਾਂ, ਠੀਕ ਹੈ। ਹੁਣ ਉਹਦੇ ਵਾਸਤੇ, ਆਪਣੇ ਸੁਪਨੇ ਵਾਸਤੇ ਪੰਜਾਬ ਨੂੰ ਇਸਤੇਮਾਲ ਕਰਨਾ। ਇੱਕ ਲਾਂਚਿੰਗ ਪੈਡ ਪੰਜਾਬ ਮਿਲ ਗਿਆ, ਹੱਥ ਆ ਗਿਆ। ਹੁਣ ਪੰਜਾਬ ਨੂੰ ਲਾਂਚਿੰਗ ਪੈਡ ਬਣਾ ਕੇ ਤੁਸੀਂ ਆਪਣਾ ਸੁਪਨਾ ਪੂਰਾ ਕਰਨਾ। ਐਕਸਪਰਟਸ ਇਹ ਵੀ ਡਿਸਕਸ ਕਰਦੇ। ਵੈਸੇ ਕੇਜਰੀਵਾਲ ਸਾਹਿਬ ਨੂੰ ਜੇ ਜਾਣਾ ਤਾਂ ਯੂਪੀ 'ਚ ਜਾਵੇ, ਬਿਹਾਰ 'ਚ ਜਾਵੇ, ਜਿੱਥੇ ਵੋਟਾਂ ਜ਼ਿਆਦੀਆਂ, ਜਿੱਥੇ ਉਮੀਦਵਾਰ ਜ਼ਿਆਦਾ। ਸਾਡੇ ਤੇ 13 MP ਆ, ਤੇ 13 ਨੂੰ ਕਿੱਥੇ ਲੈ ਜਾਣਗੇ? ਕਿ ਇਹਦੇ ਨਾਲ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣ ਜਾਣਗੇ ਜੇ ਵਾਰ-ਵਾਰ ਪੰਜਾਬ 'ਚ ਆਉਣ ਦਾ ਜਿਹੜਾ ਮਨਸ਼ਾ ਇਹਨਾਂ ਦਾ ਉਹ ਇਹੋ ਹੀ ਆ। ਇਸ ਕਰਕੇ ਹੈਗਾ ਕਿ ਭਗਵੰਤ ਮਾਨ ਜੀ ਉਹਨਾਂ ਨੂੰ ਇਨਵਾਈਟ ਕਰਦੇ ਆ। ਉਹਨਾਂ ਨੇ ਇਹਨਾਂ ਦੇ ਲਈ ਬਹੁਤ ਤਰੱਦਦ ਕੀਤਾ, ਬਹੁਤ ਸੰਘਰਸ਼ ਕੀਤਾ, ਇਹਨਾਂ ਨੂੰ ਕੁਰਸੀ 'ਤੇ ਬਿਠਾਇਆ। ਅੱਛੀ ਗੱਲ ਆ। ਚਲੋ ਪਾਰਟੀ ਜਿਹੜੀ ਹੈਗੀ ਆ ਨੈਸ਼ਨਲ ਪਾਰਟੀ ਵੀ ਬਣ ਗਈ ਆ, ਉਹ ਵੀ ਬਹੁਤ ਵਧੀਆ ਗੱਲ ਹੈਗੀ ਆ, ਕਿਉਂਕਿ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਉਹਨਾਂ ਨੂੰ ਰੋਕਣ ਵਾਲਾ ਕੋਈ ਹੈ ਨਹੀਂ ਸੀਗਾ। ਇਸ ਕਰਕੇ ਨੈਸ਼ਨਲ ਪਾਰਟੀਆਂ ਆਉਣੀਆਂ ਚਾਹੀਦੀਆਂ। ਰੋਕਣ ਦਾ ਮਤਲਬ ਵਿਰੋਧੀ ਪਾਰਟੀਆਂ ਹੋਣੀਆਂ ਚਾਹੀਦੀਆਂ। ਐਕਚੁਅਲੀ ਡੈਮੋਕ੍ਰੇਸੀ ਹੈ ਔਰ ਹੁਣ ਮਾਨ ਸਾਹਿਬ ਨੂੰ ਖੁੱਲਾ ਕੰਮ ਕਰ ਲੈਣਾ ਚਾਹੀਦਾ। ਬਿਲਕੁਲ। ਔਰ ਕੇਜਰੀਵਾਲ ਸਾਹਿਬ ਨੂੰ ਹੀ ਚਾਹੀਦਾ ਕਿ ਮਾਨ ਸਾਹਿਬ ਨੂੰ ਖੁੱਲੇ ਤੌਰ ਤੇ ਕੰਮ ਕਰਨ ਦੇਣ, ਦੋਵਾਂ ਹੱਥਾਂ ਨਾਲ ਕਰਨ। ਹਾਂ, ਕਿਉਂਕਿ ਸੱਜਾ ਖੱਬਾ ਨਾ, ਸੱਜਾ ਹੱਥ ਹੋਵੇ ਤੇ ਖੱਬਾ ਆ, ਦੋਵਾਂ ਹੱਥਾਂ ਨਾਲ ਵਾਕਣ ਕੰਮ ਕਰਨ ਦੇਣ। ਲੋਕੀ ਇੱਥੋਂ ਤੱਕ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਜਿਹੜੇ ਸੁਪਰ ਸੀਐਮ ਨੇ ਉਹ ਕੇਜਰੀਵਾਲ ਨੇ, ਸੀਐਮ ਰਾਘਵ ਚੱਡਾ ਨੇ ਔਰ ਡਿਪਟੀ ਸੀਐਮ ਮਾਨ ਸਾਹਿਬ ਨੇ। ਇੱਥੋਂ ਤੱਕ ਤੇ ਗੱਲਾਂ ਅਸੀਂ ਸੁਣਦੇ ਰਹਿੰਦੇ ਹਾਂ ਪਬਲਿਕ ਦੇ ਵਿੱਚ। ਸਰ ਕਹਿਣਗੇ ਲੋਕ, ਹੁਣ ਅਸੀਂ ਕੀ ਕੁਝ ਸੁਣੀਏ ਤੇ ਕੀ ਕੁਝ ਦੱਸੀਏ ਆਪਣੇ ਦਰਸ਼ਕਾਂ ਨੂੰ। ਮਤਲਬ ਇਹ ਹੈ ਕਿ ਤੁਸੀਂ ਹੁਣ ਮਾਨ ਸਾਹਿਬ ਨੂੰ ਪੂਰੀ ਤਰ੍ਹਾਂ ਕੰਮ ਕਰਨ ਦਿਓ। ਉਹ ਚੀਫ ਮਿਨਿਸਟਰ ਨੇ ਪੰਜਾਬ ਦੇ, ਉਹਨਾਂ ਦੀਆਂ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੇ। ਕਦੀ ਉਹਨਾਂ ਨੂੰ ਇਲੈਕਸ਼ਨਸ ਦੇ ਵਿੱਚ ਤੁਸੀਂ ਕਿਤੇ ਲੈ ਕੇ ਤੁਰ ਪੈਂਦੇ ਹੋ, ਕਦੀ ਕਿਤੇ ਲੈ ਕੇ ਤੁਰ ਪੈਂਦੇ ਹੋ। ਇਹ ਕੀ ਕਰਦੇ ਪਏ ਹੋ? ਉਹ ਸਟਾਰ ਪ੍ਰਚਾਰਕ ਬਣਾਏ ਹੋਏ ਨੇ ਤੁਸੀਂ। ਔਰ ਆਪਣੇ ਪੰਜਾਬ ਦਾ ਹਾਲ ਦੇਖੋ, ਪਿੱਛੇ ਹੜ੍ਹ ਆਏ ਹੋਏ ਸੀਗੇ ਔਰ ਕਿਸਾਨ ਮੁਆਵਜ਼ੇ ਵਾਸਤੇ ਬੈਠੇ ਨੇ ਔਰ ਮਾਨ ਸਾਹਿਬ ਗਏ ਹੋਏ ਨੇ ਕੇਜਰੀਵਾਲ ਸਾਹਿਬ ਨਾਲ ਥਾਂ ਦੇ ਉੱਤੇ ਇਲੈਕਸ਼ਨ ਕੈਂਪੇਨ ਦੇ ਵਿੱਚ। ਸੋ ਇਹ ਜੱਚਦਾ ਨਹੀਂ ਹੈ ਔਰ ਇਸ ਦੀ ਨਿੰਦਾ ਹੁੰਦੀ ਪਈ ਹੈ, ਪੰਜਾਬ ਵਾਸੀ ਨਿੰਦਾ ਕਰਦੇ ਪਏ ਨੇ। ਸੋ ਇਹ ਸਾਰੀਆਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਜ਼ਰੂਰ, ਕਿਉਂਕਿ ਇਹ ਇੱਕ ਕ੍ਰੀਏਟਿਵ ਅਸੀਂ ਜੋ ਐਨਾਲਿਸਿਸ ਕਰਦੇ ਪਏ ਹਾਂ, ਇੱਕ ਕ੍ਰੀਏਟਿਵ ਕ੍ਰਿਟਿਸਿਜ਼ਮ ਹੈ। ਹਾਂ, ਕਿ ਇਹ ਇਦਾਂ ਨਾ ਕਰੋ ਔਰ ਜੋ ਕਰਨਾ ਹੈ ਉਹ ਕਰਨਾ ਚਾਹੀਦਾ। ਰੰਗਲਾ ਪੰਜਾਬ ਗੱਲਾਂ ਨਾਲ ਨਹੀਂ ਬਣ ਜਾਣਾ। ਜਿਵੇਂ ਵਿਸ਼ਵ ਗੁਰੂ ਗੱਲਾਂ ਨਾਲ ਨਹੀਂ ਬਣ ਜਾਣਾ, ਉਵੇਂ ਰੰਗਲਾ ਪੰਜਾਬ ਵੀ ਗੱਲਾਂ ਨਾਲ ਨਹੀਂ ਬਣ ਜਾਣਾ। ਪਬਲਿਕ ਨੇ ਬਣਾਉਣਾ, ਪਬਲਿਕ ਦੀ ਆਵਾਜ਼ ਨੇ ਬਣਾਉਣਾ, ਲੋਕਾਂ ਨੇ ਕਰਨਾ। ਸੋ ਆਪਾਂ ਅੱਗੇ ਚੱਲਦੇ ਹਾਂ। ਹੁਣ ਪੰਜਾਬ ਦੇ ਵਿੱਚ ਬੇਰੁਜ਼ਗਾਰੀ, ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਸਰਕਾਰ ਨੌਕਰੀ ਦੇ ਰਹੀ ਹੈ। ਹੁਣ ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਕਿ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਇੰਪਲੋਇਮੈਂਟ ਮਿਲਦੀ ਪਈ ਹੈ। ਜੋ ਬਾਹਰਲੀ ਸਟੇਟਸ ਦੇ ਲੋਕ ਨੇ, ਬਾਹਰਲੇ ਸੂਬਿਆਂ ਦੇ ਲੋਕ ਨੇ ਔਰ ਜਿਹੜੇ ਪੰਜਾਬ ਦੇ ਆਪਣੇ ਲੋਕ ਨੇ, ਪੰਜਾਬ ਦੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉਹ ਬਾਹਰ ਵੀ ਜਾ ਰਹੇ ਨੇ। ਹੁਣ ਇੱਕ ਇਹ ਵੀ ਸਮੱਸਿਆ ਬੇਰੁਜ਼ਗਾਰੀ ਦੀ। ਇਹ ਸੁਖਬੀਰ ਬਾਦਲ ਜੀ ਦਾ ਬਿਆਨ ਆ। ਉਹਨਾਂ ਨੇ ਕਿਹਾ ਕਿ ਜਦੋਂ ਕਿ ਹੁਣ ਅਸੀਂ ਵੇਖਿਆ ਨਵੀਆਂ ਭਰਤੀਆਂ ਹੋਈਆਂ ਜਿਹਦੇ ਵਿੱਚ ਨਿਯੁਕਤੀ ਪੱਤਰ ਦਿੱਤੇ ਆ। ਕੁਝ ਇੰਸਪੈਕਟਰ ਸੀ ਪੁਲਿਸ ਦੇ, ਕੁਝ ਸਬ ਇੰਸਪੈਕਟਰ ਸੀਗੇ, ਜਿਹਦੇ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਮੁੰਡੇ ਜ਼ਿਆਦਾ ਤੇ ਪੰਜਾਬ ਦੇ ਵਿੱਚ ਥੋੜ੍ਹੇ ਜਿਹੇ ਮੁੰਡੇ ਔਰ ਬਾਕੀ ਸਾਰੇ ਉੱਥੋਂ ਦੇ ਆ। ਔਰ ਦੂਜਾ ਬਿਜਲੀ ਬੋਰਡ ਜਿਹੜਾ ਹੈਗਾ ਉਹਦੇ ਵਿੱਚ ਜਿਹੜੀਆਂ ਹੁਣ ਨਿਯੁਕਤੀਆਂ ਦਿੱਤੀਆਂ ਸੀ, ਉਹਦੇ ਵਿੱਚ ਵੀ ਜਿਹੜੇ ਮੁੰਡੇ ਬਾਹਰੋਂ ਲਾਈਨਮੈਨ ਹੈਗਾ ਉਹ ਰਾਜਸਥਾਨ ਦੇ ਆ, ਹਰਿਆਣਾ ਦੇ ਆ, ਨਾਲ ਦੇ ਸੂਬਿਆਂ ਦੇ ਆ। ਔਰ ਉਹਦੇ ਵਿੱਚ ਵਿਦਿਅਕ ਯੋਗਤਾ ਜਿਹੜੀਆਂ ਉਹਨਾਂ ਦੀਆਂ ਸਾਡੇ ਮੁੰਡਿਆਂ ਦੀਆਂ ਪੂਰੀਆਂ ਹੈਗੀਆਂ, ਇੰਟੈਲੀਜੈਂਟ ਆ, ਮੈਰਿਟ 'ਤੇ ਹੈਗੇ ਆ, ਉਹਨਾਂ ਨੂੰ ਕਿਉਂ ਇਗਨੋਰ ਕੀਤਾ ਗਿਆ। ਔਰ ਦੂਜੇ ਪਾਸੇ ਇਹਨਾਂ ਨੇ ਇਹ ਕਿਹਾ ਗਿਆ ਕਿ ਜੇ ਬੇਰੁਜ਼ਗਾਰੀ ਇੱਥੇ ਆ, ਫਿਰ ਅਸੀਂ ਕਹਿੰਦੇ ਕਿ ਬਾਹਰ ਮੁੰਡੇ ਭੱਜ ਰਹੇ ਆ, ਬਾਹਰ ਜਹਾਜ਼ਾਂ 'ਤੇ ਚੜ੍ਹ ਕੇ ਪੜ੍ਹਨ ਜਾ ਰਹੇ ਆ ਜਾਂ ਉੱਥੇ ਨੌਕਰੀਆਂ ਕਰ ਰਹੇ ਆ। ਉਹਦੇ ਕਿਉਂ ਨਹੀਂ ਜਾਣਗੇ ਜਦੋਂ ਮੁੰਡੇ ਇੱਥੇ ਬੇਰੁਜ਼ਗਾਰ ਬੈਠੇ ਆ? ਫਿਰ ਨਸ਼ਿਆਂ ਵੱਲ ਨੂੰ ਪ੍ਰੇਰਿਤ ਹੋ ਗਿਆ, ਨਸ਼ਿਆਂ ਦੀ ਦਲਦਲ 'ਚ ਫਸ ਗਿਆ। ਉਸ ਚੀਜ਼ ਨੂੰ ਕਿਹਨੇ ਰੋਕਣਾ? ਜਦੋਂ ਤੁਸੀਂ ਬਾਹਰੋਂ ਮੁੰਡਿਆਂ ਨੂੰ ਲਿਆਓਗੇ ਜਾਂ ਤਾਂ ਇੱਥੇ ਆਂਦੇ ਨੌਕਰੀ ਸਰਪਲਸ ਹੋਣ, ਜ਼ਿਆਦਾ ਹੋ ਜਾਣ, ਕੋਈ ਇੱਥੇ ਨਹੀਂ ਹੈਗਾ। ਆਂਦਾ ਇਹ ਭਗਵੰਤ ਮਾਨ ਦੀ ਨਜ਼ਰਾਂ ਵਿੱਚ ਹੈਗਾ ਕਿ ਸਾਰੇ ਮੁੰਡੇ ਨੌਕਰੀਆਂ 'ਤੇ ਲੱਗੇ ਆ, ਵਿਹਲਾ ਕੋਈ ਨਹੀਂ ਹੈਗਾ। ਇਸ ਕਰਕੇ ਨਹੀਂ ਵਿਹਲੇ ਹੈਗੇ, ਜ਼ਿਆਦਾ ਲੋਕ ਮੁੰਡੇ ਹੋ ਗਿਆ ਤਾਂ ਬਾਹਰਲੇ ਦੇਸ਼ਾਂ ਨੂੰ ਜਾ ਰਹੇ, ਕਿਉਂਕਿ ਇੱਥੇ ਤੇ ਕੰਮ ਬਹੁਤ ਜ਼ਿਆਦਾ ਪਹਿਲੋਂ ਲੈ ਲਿਆ। ਉਹ ਕਹਿੰਦੇ ਇਸ ਗੱਲ ਵਾਲੇ ਪਾਸੇ ਆਉਣਾ ਚਾਹੀਦਾ ਕਿ ਮੁੰਡੇ ਇਸ ਵੇਲੇ ਸਾਰੇ ਜਹਾਜ਼ਾਂ 'ਤੇ ਚੜ੍ਹ ਕੇ ਉੱਧਰ ਪਹੁੰਚ ਗਏ ਆ ਔਰ ਮਾਂ ਪਿਓ ਦਾ ਪੈਸਾ ਜਿਹੜਾ ਬਰਬਾਦ ਹੋ ਰਿਹਾ ਔਰ ਸਾਰਾ ਕੁਛ ਹੈ। ਜੇ ਇੱਥੇ ਨੌਕਰੀਆਂ ਮਿਲਣਗੀਆਂ ਕਿਉਂ ਮੁੰਡੇ ਬਾਹਰ ਜਾਣਗੇ? ਅੱਗੇ ਕਿਉਂ ਨਹੀਂ ਜਾਂਦੇ ਹੁੰਦੇ? ਔਰ ਸਾਰਿਆਂ ਨੂੰ ਮੁੰਡਿਆਂ ਨੂੰ ਨੌਕਰੀਆਂ ਮਿਲਦੀਆਂ ਸੀ। ਇਹ ਬੇਰੁਜ਼ਗਾਰੀ ਦਾ ਨਤੀਜਾ। ਕੀ ਕੁਝ ਹੁੰਦਾ, ਡੌਂਕੀਆਂ ਲਾ ਕੇ ਜਾਂਦੇ ਨੇ, ਜਾਨਾਂ ਗਵਾਉਂਦੇ ਨੇ, ਬਿਲਕੁਲ ਕੀ ਕੁਝ ਨਹੀਂ ਕਰਦੇ, ਗੈਰ ਕਾਨੂੰਨੀ ਤਰੀਕੇ ਨਾਲ ਵੀ ਜਾਣ ਦੀ ਕੋਸ਼ਿਸ਼ ਕਰਦੇ ਨੇ। ਖੈਰ ਇਹ ਸਭ ਨਹੀਂ ਹੋਣਾ ਚਾਹੀਦਾ ਔਰ ਪੰਜਾਬ ਦੇ ਹਾਲਾਤ ਵੱਲ ਪੂਰਾ ਧਿਆਨ ਹੋਣਾ ਚਾਹੀਦਾ ਹੈ, ਸਰਕਾਰਾਂ ਦਾ ਵੀ ਤੇ ਪੰਜਾਬ ਦੇ ਲੋਕਾਂ ਦਾ ਵੀ, ਬਿਊਰੋਕਰੇਟਸ ਦਾ ਵੀ, ਹਰ ਪੰਜਾਬ ਦੇ ਵਾਸੀ ਦਾ। ਤੁਸੀਂ ਆਪਣੇ ਵਿਚਾਰ ਕੀ ਰੱਖਦੇ ਹੋ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲੋ ਬਲਕਾਰ ਜੀ ਜ਼ਰੂਰ ਜੀ। ਸਤਿ ਸ਼੍ਰੀ ਅਕਾਲ।